ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ, ਬੜਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਗੌੜੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਗੌੜੀ ਮਹਿਲਾ ਪੰਜਵਾਂ ਮਾਝ। ਇੱਕ ਇੱਕ ਪੰਗਤੀ ਪੜ੍ਹ ਕੇ ਹੁਣ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਓ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਮਾਲਕ ਜੀ, ਤੁਹਾਡਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ। ਸਾਰੀ ਗੁਰਬਾਣੀ ਪਰਮਾਤਮਾ ਦਾ ਨਾਮ ਹੈ। ਗੁਰਬਾਣੀ 'ਚ ਲਿਖਿਆ ਹੈ, ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ। ਯਾਦ ਰੱਖਿਓ, ਗੁਰਬਾਣੀ ਦੇ ਅਰਥ ਗੁਰਬਾਣੀ ਦੇ ਵਿੱਚੋਂ ਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਗੁਰ ਕੀ ਬਾਣੀ ਗੁਰ ਤੇ ਜਾਪੀ। ਸੋ ਗੁਰਬਾਣੀ ਪਰਮਾਤਮਾ ਦਾ ਹੀ ਨਾਮ ਸਰੂਪ ਹੈ। ਜਿਵੇਂ ਸੂਰਜ ਤੋਂ ਆਈਆਂ ਕਿਰਨਾਂ ਸੂਰਜ ਦਾ ਕਹਿ ਦਿਓ ਰੂਪ ਹੁੰਦੀਆਂ, ਤੇ ਪਰਮਾਤਮਾ ਤੋਂ ਆਈ ਬਾਣੀ ਪਰਮਾਤਮਾ ਦਾ ਹੀ ਨਾਮ ਰੂਪ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਸਜਗ ਮੈਂ ਚਾਨਣ ਕਰਮ ਅਵਸਥਾ ਮਨ ਆਈ। ਗੁਰਬਾਣੀ ਸਜਗ ਵਿੱਚ ਚਾਨਣ ਹੈ। ਕਿਹਦਾ ਭਾਵ ਸਮਝਣ ਵਾਸਤੇ? ਪਰਮਾਤਮਾ ਰੂਪੀ ਸੂਰਜ ਦਾ। ਸੋ ਇਹ ਪਰਮਾਤਮਾ ਦਾ ਹੀ ਚਾਨਣ ਹੈ। ਗੁਰਬਾਣੀ ਪਰਮਾਤਮਾ ਦਾ ਹੀ ਨਾਮ ਰੂਪ ਹੈ। ਇਸ ਕਰਕੇ ਗੁਰਬਾਣੀ ਦੇ ਸੱਚੇ ਗਿਆਨ ਰਾਹੀਂ ਪਰਮਾਤਮਾ ਦੇ ਨਾਲ ਜੁੜਨਾ ਹੈ। ਤਿੰਨ ਨੇਹ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਰਾਲੀ ਨੂੰ ਹੁਸ਼ਿਆਰੀ ਹੈ, ਜਿਹੜੇ ਵਿਚਾਰ ਦੁਆਰਾ ਦਰਸ਼ਨ ਕਰਦੇ ਨੇ ਰੱਬੀ ਬਾਣੀ ਦਾ, ਉਹਨਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਜਿਹੜੇ ਸਤਿਗੁਰ ਸਰੂਪ ਗੁਰਬਾਣੀ ਦੀ ਵਿਚਾਰ ਕਰਦੇ ਨੇ ਨਾ, ਸਤਿਗੁਰ ਵਚਨ ਵਚਨ ਹੈ, ਸਤਿਗੁਰ ਪਾਤਰ ਮੁਕਤ ਜਨਾਵੈ। ਜਿਵੇਂ ਬਾਸ਼ਨਾ ਫੁੱਲਾਂ ਵਿੱਚ ਸਮਾਈ ਹੁੰਦੀ ਹੈ, ਤੇ ਸਤਿਗੁਰ ਆਪਣੇ ਵਚਨਾਂ ਦੇ ਵਿੱਚ ਹੀ ਸਮਾਇਆ ਹੈ। ਇਸ ਕਰਕੇ ਗੁਰਬਾਣੀ ਦੀ ਵਿਚਾਰ ਕਰਦਿਆਂ ਪਰਮਾਤਮਾ ਜੀ ਦੇ ਨਾਲ ਪਿਆਰ ਪੈ ਜਾਂਦਾ ਹੈ।
ਤਿਨ ਨੇਹ ਲੱਗਾ ਰੱਬ ਸੇਤੀ ਦੇਖਣੀ ਵਿਚਾਰ। ਜਿਹੜੇ ਵਿਚਾਰ ਦੁਆਰਾ ਦਰਸ਼ਨ ਕਰਦੇ ਹੈ ਉਹਨਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਅਤੇ ਪਿਆਰ ਦੇ ਵਿੱਚ ਫਿਰ ਯਾਦ ਬਣ ਜਾਂਦੀ ਹੈ। ਆਪ ਜੀ ਨੂੰ ਪਤਾ ਹੈ ਪਿਆਰ ਅਤੇ ਯਾਦ ਦੋਨੋਂ ਇਕੱਠੇ ਰਹਿੰਦੇ ਹੈ। ਪਿਆਰ ਅਤੇ ਯਾਦ ਕਦੇ ਵੀ ਵੱਖ ਵੱਖ ਨਹੀਂ ਹੁੰਦੇ। ਗੁਰਬਾਣੀ ਦੇ ਸੱਚੇ ਗਿਆਨ ਨੇ ਪਰਮਾਤਮਾ ਦਾ ਪਿਆਰ ਪੈਦਾ ਕਰਨਾ ਹੈ, ਅਤੇ ਪਿਆਰ ਦੇ ਵਿੱਚ ਸਿਮਰਨ ਬਣਿਆ ਰਹਿੰਦਾ ਹੈ। ਸਿਮਰਨ ਸੰਸਕ੍ਰਿਤ ਦਾ ਲਫ਼ਜ਼ ਹੈ ਜੋ ਕਿ ਸਮਰਨ ਤੋਂ ਬਣੇ। ਯਾਦ ਹਿੰਦੀ ਦਾ ਲਫ਼ਜ਼ ਹੈ, ਚੇਤਾ ਪੰਜਾਬੀ ਦਾ ਲਫ਼ਜ਼ ਹੈ। ਸੋ ਫਿਰ ਪਰਮਾਤਮਾ ਚਿੱਤ ਵਿੱਚ ਵਸ ਜਾਂਦਾ ਹੈ, ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ। ਕਹਿ ਲਓ ਪਰਮਾਤਮਾ ਦਾ ਸਿਮਰਨ ਬਣ ਜਾਂਦਾ ਹੈ। ਜਦੋਂ ਸੱਚੇ ਗਿਆਨ ਦੇ ਰਾਹੀਂ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਪਿਆਰ ਦੇ ਵਿੱਚ ਯਾਦ ਬਣੀ ਰਹਿੰਦੀ ਹੈ। ਪਿਆਰ ਦੇ ਵਿੱਚ ਅੰਦਰ ਦਾ ਭਾਵ ਸੈਂਟਰ ਕਿਰਿਆ ਹੋ ਜਾਂਦਾ ਹੈ, ਜਿਹਨੂੰ ਕਿ ਹਿਰਦਾ ਕਿਹਾ ਜਾਂਦਾ ਹੈ। ਹਿਰਦਾ ਸਰੀਰ ਦਾ ਕੋਈ ਸਥੂਲ ਅੰਗ ਨਹੀਂ, ਕਿਉਂਕਿ ਕਈ ਭੈਣ ਭਰਾ ਸਮਝਦੇ ਹੈ ਵੀ ਸ਼ਾਇਦ ਹਿਰਦਾ ਦਿਲ ਨੂੰ ਕਹਿੰਦੇ, ਨਹੀਂ ਤਾਂ ਹਰਟ ਹੈ, ਇਹ ਤਾਂ ਸਰੀਰ ਦਾ ਇੱਕ ਅੰਗ ਹੈ। ਇੱਦਾਂ ਹਿਰਦਾ ਕੋਈ ਸਰੀਰ ਦਾ ਅੰਗ ਨਹੀਂ। ਹਿਰਦਾ ਕੀ ਹੈ ਤਾਂ ਕਿ ਪਿਆਰ ਦੇ ਵਿੱਚ ਅੰਦਰ ਇੱਕ ਭਾਵ ਸਿਖਰਿਆ ਹੋ ਜਾਂਦਾ ਹੈ, ਭਾਵ ਸੈਂਟਰ ਖੁੱਲ੍ਹ ਜਾਂਦਾ ਅੰਦਰ ਇੱਕ। ਉਹ ਭਾਵ ਸੈਂਟਰ ਨੂੰ ਹਿਰਦਾ ਕਹਿੰਦੇ ਆ, ਜਿਹਨੂੰ ਕਿਹਾ ਜਾਂਦਾ ਹਿਰਦੇ ਵਿੱਚ ਪਰਮਾਤਮਾ ਵਸ ਗਿਆ, ਹਿਰਦੇ 'ਚ ਮਾਲਕ ਦੀ ਯਾਦ ਵਸ ਗਈ। ਬਿਨ ਰਸਨਾ ਜੋ ਜਪੈ ਹਿਆਏ ਕੋਈ ਜਾਣੈ ਕੈਸਾ ਨਾਮ। ਇੱਦਾਂ ਗੁਰਬਾਣੀ ਦੇ ਸੱਚੇ ਗਿਆਨ ਦੇ ਰਾਹੀਂ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਭਾਵ ਕਿ ਅੰਦਰ ਇੱਕ ਭਾਵ ਸੈਂਟਰ ਖੁੱਲ੍ਹ ਜਾਂਦਾ ਹੈ। ਅੰਦਰ ਇੱਕ ਪਰਮਾਤਮਾ ਦੀ ਯਾਦ ਦਾ ਭਾਵ ਬਣਿਆ ਰਹਿੰਦਾ, ਜਿਸ ਨੂੰ ਕਿਹਾ ਜਾਂਦਾ ਹਿਰਦੇ ਵਿੱਚ ਵਸਣਾ। ਇਹ ਤਾਂ ਹੀ ਹੋਵੇਗਾ ਭਾਈ ਜੇ ਆਪਾਂ ਗੁਰਬਾਣੀ ਦੇ ਸੱਚੇ ਗਿਆਨ ਦੀ ਵਿਚਾਰ ਕਰਾਂਗੇ, ਸੱਚੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਾਂਗੇ। ਇਹ ਨਹੀਂ ਹੁੰਦਾ ਵੀ ਗਿਆਨ ਆਪਾਂ ਲੈ ਕੇ ਰੱਖ ਲਿਆ, ਕਰਨੀ ਤੋਂ ਸੱਖਣੇ ਗਿਆਨ ਦਾ ਵੀ ਕੋਈ ਲਾਭ ਨਹੀਂ। ਗੁਰਬਾਣੀ 'ਚ ਲਿਖਿਆ ਨਾ, ਜਗ ਗਿਆਨੀ ਬਿਰਲਾ ਆਚਾਰੀ। ਜੱਗ ਦੇ ਗੱਗੇ ਨੂੰ ਹੁਸ਼ਿਆਰੀ ਹੈ। ਜੱਗ ਵਿੱਚ ਭਾਵ ਕਿ ਦੁਨੀਆ ਦੇ ਵਿੱਚ ਗਿਆਨੀ ਬਹੁਤ ਹੈ, ਬਹੁਤ ਨੂੰ ਗਿਆਨ ਹੈ। ਗਿਆਨ ਤਾਂ ਬਹੁਤ ਨੂੰ ਹੁੰਦਾ, ਇਹ ਨਹੀਂ ਵੀ ਗਿਆਨੀਆਂ ਦਾ ਕੋਈ ਘੱਟ ਹੈ, ਨਹੀਂ, ਮੇਰੇ ਅੱਗੇ ਬਹੁਤ ਗਿਆਨੀ ਹੈ। ਜੱਗ ਗਿਆਨੀ, ਜੱਗ ਵਿੱਚ ਭਾਵ ਦੁਨੀਆ 'ਚ ਗਿਆਨੀ ਬਹੁਤ ਹੈ। ਵਿਰਲਾ ਆਚਾਰੀ, ਕੋਈ ਵਿਰਲਾ ਹੈ ਜੋ ਗਿਆਨ ਦੇ ਮੁਤਾਬਕ ਜੀਵਨ ਜਿਉਂਦਾ ਹੈ, ਕੋਈ ਵਿਰਲਾ ਹੈ ਜਿਹਨੇ ਆਪਣਾ ਆਚਰਨ ਗਿਆਨ ਦੇ ਮੁਤਾਬਕ ਘੜਿਆ ਹੈ। ਬੋਲੋ ਸਤਿਨਾਮ। ਵਿਰਲਾ ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਜੇ ਸੱਚ ਤੁਹਾਡੇ ਆਚਰਨ ਵਿੱਚ ਨਹੀਂ ਆਇਆ, ਜੇ ਸੱਚ ਤੁਹਾਡੀ ਸ਼ਖਸੀਅਤ ਵਿੱਚ ਨਹੀਂ ਆਇਆ, ਜੇ ਸੱਚ ਦੇ ਰਾਹੀਂ ਤੁਸੀਂ ਆਪਣੇ ਜੀਵਨ ਦੀ ਘਾੜਤ ਨਹੀਂ ਘੜੀ, ਕਰਨੇ ਤੋਂ ਸੱਖਣਾ ਗਿਆਨ ਨਹੀਂ ਪਾਰ ਲਾਉਂਦਾ। ਜਦੋਂ ਅਸੀਂ ਸੱਚੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਹਾਂ, ਸੱਚੇ ਗਿਆਨ ਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰਦੇ ਹਾਂ, ਫਿਰ ਯਾਨੀ ਕਿ ਪਰਮਾਤਮਾ ਦੇ ਨਾਲ ਪਿਆਰ ਪੈਂਦਾ ਹੈ। ਜਦੋਂ ਸਾਡਾ ਜੀਵਨ ਹੈ ਸੱਚ ਦੇ ਮੁਤਾਬਕ ਘੜਿਆ ਜਾਂਦਾ ਹੈ, ਜਿੱਥੇ ਕਿਹਾ ਜਾਂਦਾ ਸਰਮਖੰਡ ਕੀ ਬਾਣੀ ਰੂਪ। ਸਰਮ ਲਫ਼ਜ਼ ਸ਼ਰਮ ਤੋਂ ਬਣੇ। ਸ਼ਰਮ ਦਾ ਅਰਥ ਮਿਹਨਤ, ਭਾਵ ਕਿ ਗੁਰੂ ਦੇ ਵਚਨਾਂ ਰਾਹੀਂ ਆਪਣੇ ਜੀਵਨ ਨੂੰ ਘੜਨ ਦੀ ਖੇਚਲਾ ਕਰੋ, ਤੁਹਾਡਾ ਜੀਵਨ ਬਾਣੀ ਰੂਪ ਹੋ ਜਾਵੇ। ਜੇ ਸਿੱਖਾ ਤੇਰੇ ਜੀਵਨ 'ਚੋਂ ਗੁਰਬਾਣੀ ਦਾ ਦਰਸ਼ਨ ਨਹੀਂ ਹੁੰਦਾ, ਫਿਰ ਤੇਰਾ ਜੀਵਨ ਬਾਣੀ ਰੂਪ ਨਹੀਂ ਬਣਿਆ। ਜੇ ਆਪਾਂ ਨੂੰ ਕੋਈ ਅਣਮਤ ਵਾਲਾ ਪੁੱਛ ਲਵੇ ਵੀ ਸਿੱਖੀ ਕੀ ਹੈ, ਆਪਾਂ ਕਹਿ ਸਕਦੇ ਹੋਈਏ ਕਿਸੇ ਦਾ ਨਾਂ ਲੈ ਕੇ ਵੀ ਉਹ ਤੂੰ ਫਲਾਣੇ ਨੂੰ, ਭੈਣ ਭਰਾ ਕੋਈ ਹੋਵੇ, ਸਾਰਾ ਦਿਨ ਵੇਖੀ ਜਾਈ, ਉਹ ਜੋ ਕਰਦਾ ਹੈ ਨਾ ਉਹ ਸਿੱਖੀ ਹੈ। ਬੋਲੋ ਸਤਿਨਾਮ। ਤੈਨੂੰ ਦਰਸ਼ਨ ਹੋਊਗਾ ਸਿੱਖੀ। ਪੁਆਇੰਟ ਸਮਝ ਗਏ ਹੋਵੇ ਤੁਸੀਂ ਤਾਂ। ਤੇ ਇੱਦਾਂ ਅਸੀਂ ਆਪਣੇ ਜੀਵਨ ਨੂੰ ਬਾਣੀ ਰੂਪ ਬਣਾਉਣਾ ਹੈ। ਜਦੋਂ ਜੀਵਨ ਬਾਣੀ ਰੂਪ ਬਣ ਜਾਵੇ, ਸਰੀਰ ਵੀ ਤੁਰਦਾ ਫਿਰਦਾ ਗੁਰਦੁਆਰਾ ਬਣ ਜਾਂਦਾ ਹੈ। ਸਰੀਰ ਵੀ ਤੁਰਦਾ ਫਿਰਦਾ ਗੁਰਦੁਆਰਾ ਬਣ ਜਾਂਦਾ। ਇਸ ਕਰਕੇ ਇੱਦਾਂ ਅਸੀਂ ਇਹ ਨੁਕਤਿਆਂ ਨੂੰ ਗੁਰਬਾਣੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸੋ ਗੱਲ ਚੱਲ ਰਹੀ ਸੀ ਕਿ ਗੁਰਬਾਣੀ ਨਾਮ ਰੂਪ ਹੈ। ਗੁਰਬਾਣੀ ਦੇ ਸੱਚੇ ਗਿਆਨ ਰਾਹੀਂ ਜੀਵਨ ਦੀ ਘਾੜਤ ਘੜਨੀ ਹੈ, ਸੱਚੇ ਗਿਆਨ ਦੀ ਵਿਚਾਰ ਕਰਨੀ ਹੈ। ਵਿਚਾਰ ਦੁਆਰਾ ਪਰਮਾਤਮਾ ਦਾ ਪਿਆਰ ਪੈਂਦਾ ਹੈ, ਪਿਆਰ ਦੇ ਵਿੱਚ ਸਿਮਰਨ ਬਣਿਆ ਰਹਿੰਦਾ ਹੈ। ਮੂਹ ਲਾਲਣ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਪਿਆਰੇ ਦੀ ਯਾਦ ਫੜ ਲੈਂਦੀ ਹੈ, ਪਿਆਰੇ ਦੀ ਯਾਦ ਫੜ ਲੈਂਦੀ ਹੈ, ਯਾਦ ਰੱਖਿਓ। ਇਸ ਕਰਕੇ ਇੱਦਾਂ ਪ੍ਰਮਾਤਮਾ ਜੀ ਦਾ ਜੋ ਨਾਮ ਹੈ, ਮਾਲਕ ਦਾ ਸੱਚਾ ਗਿਆਨ ਹੈ, ਤਾਂ ਕਿ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਫਿਰ ਦੁਹਰਾ ਕੇ ਕਹਿੰਦੇ ਨੇ, ਮਾਲਕ ਜੀ ਤੁਹਾਡਾ ਨਾਮ ਹੈ ਜੋ ਇਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ।
आठ पहर आराधिया पूर्ण सतगुर ज्ञान रहाओ। अठे पहर ही आराधना चाहिए। अठे पहर आराधन का भाव की है? जदों अंदर जाप का भाव टिक गया, हर वेले हर थां मालक के भय विच रहना है। पूर्ण सतगुर ज्ञान, जो पूरे सतगुर का ज्ञान के नन्हे नौ औंकड़ा है, भाव इस ज्ञान का अर्थ बन गया उपदेश। ये जो पूरे गुर का उपदेश है, ज्ञान है, तो ये ज्ञान ने ही सानू परमात्मा के नाल जोड़ना है। सच्चे ज्ञान ने आप पहले समझ लिया कि परमात्मा का प्यार पाना है, प्यार दे विच फिर मालक की याद बनी रहिंदी है। फिर हर वेले हर थां मालक नूं असीं महसूस करना है। जिन तेरी मन बनत बनाई, उठत बैठत सद तिसे ध्याई। सदा ही हर वेले हर थां का भाव समझ गए ना। बहुत लोकी, सारे नहीं कहता, कुछ रब के प्यारे होंगे, बहुत लोग 10-20 मिनट तो रब नूं याद करते हैं, दुकान पर जाके भुल जाता है, कोई अपने ऑफिस में जाके भुल जाता है, मैरिज पैलेस में तक किसी किसी की याद रहिंदा है। सतनाम समझ गया ना। सच जानो धर्मी का बंदा पता ना ब्याह वाले लगता है। चलो रहो विचार, अशारी काफ़ी है, सियाने तुसीं गल समझ जंदे हो। तां ते इदां फिर वो अठे पहर की आराधना है नहीं। और अठे पहर आराधना ही नहीं होंदा भी तूं कुंडी ला के बह जा कमरे दे विच, कोई मनका घगाई चल जानी कि जीव दे नाल कही चल। नहीं नहीं नहीं, ठीक है। शुरुआत रसना के नाल मालक नूं याद करना माड़ी गल नहीं। ध्यान सुनने विच रख के बच्चे पहाड़ी घाउंदे ना, 1 दूनी 2 2 दूनी 4, प्राइमरी पहली क्लास है, इन्हें मुबारक। पर कहण दा भाव अठे पहर की आराधना भाव कि वह ध्यान विच वस जाए। हर वेले हर काम परमात्मा के भय विच रह के करिए। हर वेले हर थां मालक नूं महसूस करने की कोशिश करिए। वो दुकान पर भी हाज़र है, दफ्तर में भी हाज़र है, मैरिज पैलेस भी हाज़र है, भाव हर वेले हर थां। ये 2-3 ना तो मैं तां लए कि तुसीं इशारे समझ गए। इन्हां थावां ते जाके कई धोखा खांदे है। इस करके 8 पहर आराधी है। अठे पहर ही मालक नूं आराधना चाहिए भाई। अठे पहर ही हर वेले मालक की याद नूं अंदर टिका के रखना है। हर थां ही मालक की होंद नूं महसूस करने की कोशिश करनी है। तो ये पूर्ण सतगुर का जो ज्ञान है, उपदेश है, रब्बी बाणी है, ये सच्चे ज्ञान ने ही भाई परमात्मा का सिमरन पैदा करने, अंदर अंदर परमात्मा की याद टिकाउनी है। लिखे ना, इस बाणी ते हर नाम पाएगा। हर बाणी का बाणी चो प्रमाण ले लो, होर ले लो। सतगुर की जिसनों मत आवे सो सतगुर माही समाना, ये बाणी जो जी हो जाने तिस अंतर रवै हर नामा। जो इस बाणी नूं जी तो जान लैंदा है, अंदर तो इस रब्बी बाणी नाल जुड़दा है, ਉਹਦੇ अंदर फिर परमात्मा की याद की रौ चलती है। तिस अंतर रवै हर नामा। इन्ने प्रमाण बहुत हो गए ना। इस करके जो पूर्ण सतगुर ज्ञान है, रब्बी बाणी है, जो रब्बी ज्ञान है, असी सच्चे ज्ञान के राही मालक नाल जुड़ना है, ताकि अठे पहर मालक की याद बनी रहे, ताकि हर वेले हर थां असीं उहनूं महसूस कर सकीए। ये तो फिर जो मालक की याद है, मालक का नाम है, ये दुखों का नाश करने वाला है। दुख भंजन तेरा नाम जी। हम दुख से थोड़ी जी व्याख्या कर देवां, क्योंकि ज़्यादा विस्तारता नहीं हो सकना। जिस तरह कि हुण दुख का अर्थ ही नहीं भी खंघ जुकाम बुखार नहीं, तो आम शरीर यानी कि निजम है, कोई खास गल नहीं। दुख किहड़े बाणी अर्थ बाणी तो समझियो, ये तृष्णा वड्डा, बोलो तुसीं हैरान होगे भी यार रोग की गल नहीं की स्टेज पर, है ना, खंघ जुकाम की गल करते रहे। ये तृष्णा वड्डा रोग लगा मरण मनो बेसारिया। तृष्णा वड्डा रोग है, तो वड्डा रोग वड्डा दुखी दिंदा है ना। गुरबाणी च भी लिखा, गुरु पिता जी ने ताड़ना करके भी लिखा, लालच छोड़ो अंधे हो लालच दुख भारी। गुरु पिता जी ताड़ना करके कहते अन्ने हो लालच छड़ दो, लालच तो बाहले वड्डे दुखों का कारण बनता है। बोलो सतनाम। दुख बाणी नूं बाणी चों समझना है, बस कदे भी टपला नहीं लग सकता। फार्मूला ना भुल जिओ, गुर की बाणी गुर ते जाती, गुरु की बाणी गुरु को जानने की कोशिश करनी है। देखिए कितना दुख है, लालच बहुत बड़ा दुख है, तृष्णा बहुत बड़ा दुख है। तो पता नहीं फिर किहड़े पुठे काम करता है मनुख जो तृष्णा जाल च फस जाता है। फिर तो उतरती भी नहीं भुख, तो भुखिया भुख ना उतरी जे बन्ना पुरियां भार। किहड़ी भुख मनदी, तन की भुख तो 4 प्रशादा नहीं भजदा ढिड तां। जिहनूं दा कपड़ा हम मैं अपनी गल दसां, एक झोला साल भर नहीं फड़दा, ये तो लोड़ ही बड़ियां सीमत है। पर जिहड़ी मन की भुख है ना, ये नहीं उतरदी ना।
तृष्णा बिरले ही की बूझी है, कोट जोरे लाख करोरे, माना हो रे परै परै ही को लुझी है। ਤਾਂ ਤੇ ਰਹੋ ਵਿਚਾਰ। ਇਸ ਕਰਕੇ ਹੁਣ ਦੁੱਖ ਸਮਝ ਆ ਗਿਆ ਨਾ, ਤਾਂ ਤੇ ਗੁਰਬਾਣੀ ਦੇ ਸੱਚੇ ਗਿਆਨ ਰਾਹੀਂ ਇਹ ਜਾਣੀ ਕਿ ਜਿਹੜਾ ਦੁੱਖ ਦੂਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਤ੍ਰਿਸ਼ਨਾ ਬੁਝੇ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਵਚਨੀ। ਗੁਰੂ ਦੇ ਵਚਨਾਂ ਦੁਆਰਾ ਸੱਚੇ ਗਿਆਨ ਦੇ ਰਾਹੀਂ ਮਹਾ ਸੰਤੋਖ ਆ ਜਾਂਦਾ ਹੈ। ਦੁੱਖ ਦੂਰ ਹੋ ਗਿਆ ਨਾ, ਤ੍ਰਿਸ਼ਨਾ ਵਾਲਾ ਮਹਾ ਸੰਤੋਖ ਦਾ ਸਮਝ ਗਏ ਵੀ ਧਰਮੀ ਬੰਦਾ ਇਹ ਨਹੀਂ ਵੀ ਲੱਖ 'ਚ ਨਹੀਂ ਵਿਕਦਾ, ਕਰੋੜ 'ਚ ਵਿਕ ਜੂ, ਜਾਂ ਕਰੋੜ 'ਚ ਨਹੀਂ ਵਿਕਦਾ 10 ਕਰੋੜ 'ਚ ਵਿਕ ਜੂ। ਨਾ ਜੀ, ਜਿਹੜਾ ਧਰਮੀ, ਕੋਈ ਵੀ ਭੈਣ ਭਰਾ ਕੋਈ ਵੀ ਉਹ ਧਰਮੀ ਬੰਦੇ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਤੁਹਾਡੇ ਸਾਹਮਣੇ ਨੇ 7 ਤੇ 9 ਸਾਲ ਦੇ ਬਾਬੇ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਬਾਬਾ ਕਿਉਂ ਕਹਿੰਦੇ ਹਾਂ? ਉਹਨਾਂ ਦੀ ਸੁਰਤ ਮਚਿਓਰ ਹੈ, ਅੰਦਰ ਦੀ ਬਜ਼ੁਰਗੀ ਆ ਉਹ ਜੀ। ਸਰੀਰ ਬੱਚਿਆਂ ਵਾਲੇ 7 ਤੇ 9 ਸਾਲ ਦੀ ਉਮਰ ਨੂੰ ਆਪਾਂ ਬੱਚਾ ਕਹਿੰਦੇ ਆ ਨਾ, ਪਰ ਉਹਨਾਂ ਦੇ ਅੰਦਰ ਬਜ਼ੁਰਗੀ ਆ, ਸੁਰਤ ਮਚਿਓਰ ਹੈ। ਸੱਚੇ ਗਿਆਨ ਨੇ ਉਹਨਾਂ ਦਾ ਅੰਦਰ ਜਗਾ ਦਿੱਤਾ। ਇਸ ਕਰਕੇ ਫਿਰ ਤੁਹਾਨੂੰ ਪਤਾ ਹੈ ਵਜੀਦੇ ਨੇ ਵੱਡੇ ਵੱਡੇ ਲਾਲਚ ਦਿੱਤੇ ਵੀ ਤੁਹਾਨੂੰ ਬੰਗਲੇ ਪਾ ਕੇ ਦਿੱਤੇ ਜਾਣਗੇ। ਹੁਣ ਆਮ ਬੰਦਾ ਹੋਵੇ, ਬੰਗਲਾ ਸੁਣ ਕੇ ਲਾਲਾਂ ਡਿੱਗ ਪੈਂਦੀਆਂ। ਸੱਚ ਜਾਣੋ, ਆਮ ਹੋਵੇ ਤਾਂ ਫਿਰ ਕਹਿੰਦਾ ਵੀ ਤੁਹਾਡੇ ਨਿਕਾਹ ਠਾਠ ਬਾਠ ਨਾ ਕੀਤੇ ਜਾਣਗੇ ਤੇ ਤੁਹਾਨੂੰ ਸਰਕਾਰੀ ਅਹੁਦੇ ਦਿੱਤੇ ਜਾਣਗੇ। ਵਜੀਦਾ ਕਹਿੰਦਾ ਸਾਹਿਬਜ਼ਾਦਿਆਂ ਨੂੰ, ਵੱਡੇ ਹੋਇਆਂ ਨੂੰ ਸਰਕਾਰੀ ਉੱਚੇ ਅਹੁਦਾ ਸੁਣ ਕੇ ਵੀ ਲਾਲਾਂ ਡਿੱਗ ਪੈਂਦੀਆਂ ਬੰਦੇ ਦੀਆਂ ਤਾਂ ਲਾਲਾਂ। ਪਰ 7 ਤੇ 9 ਸਾਲ ਦੇ ਮਹਾ ਸੰਤੋਖੀ ਬਾਬੇ, ਜਿਨ੍ਹਾਂ ਦਾ ਤ੍ਰਿਸ਼ਨਾ ਦਾ ਰੋਗ ਟੁੱਟ ਚੁੱਕਿਆ ਹੈ, ਵਜੀਦੇ ਨੂੰ ਕਹਿੰਦੇ, ਵਜੀਦਿਆ ਤੇਰੇ ਮਹਿਲ, ਉਹ ਤੇਰੇ ਬੰਗਲੇ, ਉਹ ਤੇਰੇ ਅਹੁਦੇ, ਤੇਰੇ ਡੋਲੇ, ਤੇਰੇ ਅਹੁਦੇ ਸਾਡੇ ਜੁੱਤੀ ਦੀ ਨੋਕ ਤੇ। ਸੱਚ ਧਰਮ ਤੇ ਕਾਇਮ ਰਹਿੰਦਿਆਂ ਸ਼ਹੀਦੀਆਂ ਪਾ ਗਏ ਤੇ ਵੱਡੇ ਵੱਡੇ ਲਾਲਚਾਂ ਨੂੰ ਜੁੱਤੀ ਦੀ ਨੋਕ ਤੇ ਠੁਕਰਾ ਦਿੱਤਾ। ਦੱਸ ਦਿੱਤਾ ਵੀ ਧਰਮੀ ਬੰਦਾ ਕਦੇ ਬਕਾਊ ਨਹੀਂ ਹੁੰਦਾ। ਬੋਲੋ ਸਤਨਾਮ। ਕਿਉਂ? ਕਿਉਂਕਿ ਉਹਨੂੰ ਤ੍ਰਿਸ਼ਨਾ ਦਾ ਰੋਗ ਨਹੀਂ ਲੱਗਿਆ ਹੋਇਆ। ਰੋਗ ਦੀ ਗੱਲ ਸਮਝ ਗਈ ਨਾ, ਬਾਣੀ ਤੇ ਰੋਗ, ਉਹਨੂੰ ਰੋਗ ਹੀ ਨਹੀਂਗਾ। ਇਹ ਤਾਂ ਰੋਗ ਹੀ ਬੜਾ ਵੱਡਾ, ਤ੍ਰਿਸ਼ਨਾ ਵੱਡਾ ਰੋਗ ਹੈ। ਤਾਂ ਇਹ ਮੇਰਾ ਸਤਿਗੁਰ ਵੈਦ ਠੀਕ ਕਰਦਾ। ਤੁਸੀਂ ਦੁਨਿਆਵੀ ਡਾਕਟਰ ਕੋਲੇ ਵਗ ਜਿਓ ਵੀ ਡਾਕਟਰ ਸਾਹਿਬ ਕੋਈ ਹੈ ਦਵਾਈ, ਮੈਡੀਸਨ, ਮੇਰਾ ਰੋਗ ਠੀਕ ਹੋ ਜਾਏ ਤ੍ਰਿਸ਼ਨਾ ਦਾ, ਉਹ ਖੂਬੀ ਨਾ ਮੇਰੇ ਕੋਲ ਤਾਂ ਕੋਈ ਦਵਾਈ ਨਹੀਂ। ਇਹ ਦਵਾਈ ਤਾਂ ਮੇਰੇ ਸਤਿਗੁਰ ਵੈਦ ਕੋਲੇ ਹੈ। ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਆਹੁਦ ਮੁਖ ਦੇਵੈ, ਕਾਟੈ ਜਮ ਕੀ ਕੰਧਾ। ਹੁਣ ਗੁਰਬਾਣੀ ਚੋਂ ਗੁਰਬਾਣੀ ਦੀ ਗੱਲ ਸਮਝ ਆਈ ਨਾ। ਰੋਗ ਹੋਰ ਲੈ ਲਓ ਵੀ ਜਿੰਨੇ ਹੋ ਸਕੇ ਮੈਂ ਸਮੇਂ ਮੁਤਾਬਕ ਕੋਸ਼ਿਸ਼ ਕਰਾਂ ਵੀ ਜਿਸ ਤਰ੍ਹਾਂ ਹਉਮ ਹੈ, ਦੀਰਘ ਰੋਗ ਕਿਹੜੇ ਰੋਗ ਮੈਂ ਮੇਰੀ ਦੇ ਦਾਅਵੇ ਕਰਦਾ ਮਨੁੱਖ, ਆਈ ਐਂਡ ਮਾਈ, ਹੰਗਤਾ ਮਮਤਾ, ਬੜੇ ਇਹ ਬਹੁਤ ਵੱਡਾ ਰੋਗ ਹੈ। ਇਹ ਬਹੁਤ ਵੱਡਾ ਰੋਗ ਹੈ। ਇਹ ਕਿਹੜੇ ਪਾਸਿਓਂ ਆਉਂਦੀ ਆ ਹਉਮੈ? ਇਹਦੇ ਪਤਾ ਹੀ ਨਹੀਂ ਕਿੰਨੇ ਰਾਹ, ਅਣਗਿਣਤ ਰਾਹਾਂ ਤੋਂ ਆਉਂਦੀ ਹੈ। ਬਹੁਤਾ ਇਹਦਾ ਵਰਣਨ ਨਹੀਂ ਹੋ ਸਕਣਾ, ਕਿਉਂਕਿ ਹਉਮੈ ਦੀ ਕਥਾ ਕਰਨੀ ਹੋਵੇ ਤਾਂ ਹਫ਼ਤਾ ਕੱਲੇ ਹਉਮੈ ਦੀ ਲੱਗ ਜਾਂਦਾ। ਕਿਉਂਕਿ ਗੁਰਬਾਣੀ ਆਪਣੇ ਕੋਲ ਹੈ ਹੀ ਐਡਾ ਵੱਡਾ ਖਜ਼ਾਨਾ ਹੈ ਨਾ। ਪਰ ਇੱਥੇ ਤਾਂ ਸਿਰਫ ਇਸ਼ਾਰੇ ਮਾਤਰ ਦੇਣੇ ਹੈ। ਜਿਸ ਤਰ੍ਹਾਂ ਕਿ ਇਸ਼ਾਰਾ ਮਾਤਰ ਪੜ੍ਹ ਦੇਵਾਂ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਭ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬ ਹੈ। ਆਤ ਸੂਰਾ ਜੀ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿਤਾ ਹੈ, ਜੇ ਕੋ ਹੋਏ ਵਹੈ ਦਾਤਾਰ, ਤਿਸ ਦੇਨ ਹਰ ਜਾਣੈ ਕਾਵਾਰ, ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਾਣ ਸਦਾ ਅਰੋਗ। ਇਹ ਰੋਗ ਨੇ। ਹੰਕਾਰ ਕਿੱਡਾ ਵੱਡਾ ਰੋਗ ਹੈ ਹਉਮੈ। ਤਾਂ ਤੇ ਇਹ ਰੋਗ ਆਪਾਂ ਨੂੰ ਸਮਝ ਆ ਗਏ। ਕਾਮ ਰੋਗ ਹੈ, ਪਤਾ ਨਹੀਂ ਕਿਹੜੇ ਨਰਕ 'ਚ ਜਾ ਕੇ ਸਿੱਟਦਾ। ਇਹ ਕਾਮ ਨਰਕ ਵਿਸਰਾਮ ਬਹੁ ਜੋਨੀ ਭਰਮਾਵਣ ਹੈ। ਗੁਰੂ ਦਾ ਗਿਆਨ ਇਹ ਤਾਂ ਸ਼ਕਤੀ ਪਰਤਨ ਕਰਦਾ ਹੈ। ਇਸ਼ਕ ਹਕੀਕੀ, ਟਰਾਂਸਫਰਮੇਸ਼ਨ ਆਫ ਐਨਰਜੀ। ਗੁਰੂ ਜੀ ਨਾ ਦੁਸ਼ਟ ਦੂਤਾਂ ਨੂੰ ਮਾਰ ਦਿੰਦੇ ਹੈ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ। ਮਾਰਦਾ ਭਾਵ ਸਮਝ ਕੇ ਜਿਵੇਂ ਵੈਦ ਮਾਰਦਾ ਹੁੰਦਾ ਉਵੇਂ ਮਾਰਦੇ ਮੇਰੇ ਸਤਿਗੁਰ। ਵੈਦ ਕਿਵੇਂ ਮਾਰਦਾ ਹੁੰਦਾ ਭਾਵ? ਦੇਸੀ ਉਦਾਹਰਨ ਲੈ ਲਓ, ਸਾਂਖੀਏ ਨੂੰ ਮਾਰ ਲਿਆ ਵੈਦ ਨੇ, ਭਾਵ ਉਹਦੇ ਜ਼ਹਿਰ ਭਾਵ ਨੂੰ ਮਾਰਿਆ, ਉਹਨੂੰ ਸੋਧ ਦਿੱਤਾ। ਫਿਰ ਸਾਂਖੀ ਦੇ ਜੀਵਨ 'ਚ ਸੰਕ੍ਰਾਂਤੀ ਆ ਗਈ। ਜ਼ਹਿਰ ਸੀ ਨਾ ਸਾਂਖੀਆ, ਬਹੁਤ ਭੈੜੀ ਜ਼ਹਿਰ ਖੁਆਇਆ ਜਾਣਾ, ਪਰ ਜਦੋਂ ਵੈਦ ਨੇ ਸੋਧ ਦਿੱਤਾ ਬਹੁਤ ਵਧੀਆ ਦਵਾਈ ਬਣ ਗਈ। ਜਿੰਨੀ ਮਾਰ ਭੈੜੀ ਜ਼ਹਿਰ ਉਨੀ ਵਧੀਆ ਦਵਾਈ, ਉਨੀ ਵਧੀਆ ਦਵਾਈ। ਇਹ ਇੱਦਾਂ ਗੁਰੂ ਦੇ ਗਿਆਨ ਦੀ ਬਖਸ਼ਿਸ਼ ਹੁੰਦੀ ਹੈ। ਇੱਦਾਂ ਨੂੰ ਸੋਧ ਦਿੱਤਾ ਜਾਂਦਾ ਹੈ। ਕ੍ਰੋਧ ਦੀ ਐਨਰਜੀ ਸ਼ੁੱਧ ਹੋ ਕੇ ਵੀਰ ਰਸ ਬਣ ਜਾਂਦਾ ਹੈ। ਲੋਭ ਦੀ ਐਨਰਜੀ ਸ਼ੁੱਧ ਹੋ ਕੇ ਸੱਚ ਦਾ ਵਪਾਰੀ ਬਣ ਜਾਂਦਾ, ਸੱਚ ਦਾ ਲੈਣ ਦੇਣ। ਮੋਹ ਸ਼ੁੱਧ ਹੋ ਕੇ ਪ੍ਰੇਮ ਬਣ ਜਾਂਦਾ ਹੈ। ਹੰਕਾਰ ਸ਼ੁੱਧ ਹੋ ਕੇ ਆਤਮ ਵਿਸ਼ਵਾਸ ਬਣ ਜਾਂਦਾ ਹੈ। ਸੈਲਫ ਕੌਨਫੀਡੈਂਸ, ਨਿਸ਼ਚਾ, ਦ੍ਰਿੜਤਾ, ਪ੍ਰਪੱਕਤਾ। ਸਾਧ ਸੰਗ ਆਵਹਿ ਬਸ ਪੰਚਾ, ਪੰਜੀ ਵਸ ਵਿੱਚ ਆ ਜਾਂਦੇ ਹੈ, ਭਾਵ ਕਿ ਕੰਮ ਦੇਣ ਲੱਗ ਪੈਂਦੇ ਹੈ। ਜਿਹੜੇ ਪਹਿਲਾਂ ਤੰਗ ਕਰਦੇ ਸੀ, ਬਹੁਤ ਦੁੱਖ ਹੁੰਦਾ ਸੀ,
ਜਦੋਂ ਕਾਮ ਡੰਗ ਮਾਰਦਾ, ਕ੍ਰੋਧ ਡੰਗ ਮਾਰਦਾ, ਲੋਭ ਮੋਹ ਹੰਕਾਰ ਬੜੇ ਦੁੱਖ ਦਿੰਦੇ ਸੀ ਇਹ। ਉਹਨੇ ਦੁੱਖ ਦੇਣੋਂ ਹਟ ਗਏ, ਉਹਨੇ ਸੇਵਾ ਚ ਲੱਗ ਗਏ। ਕਦੋਂ? ਜਦੋਂ ਰੱਬੀ ਬਾਣੀ ਰਾਹੀਂ ਰੱਬ ਦੇ ਲੜ ਲੱਗ ਗਏ। ਆਏ ਪ੍ਰਭ ਪੈ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਵਾਗ, ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਇਹ ਪੰਜੇ ਦੂਤ ਮੇਰੀ ਸੇਵਾ ਚਲਾ ਦਿੱਤੇ, ਦੁੱਖ ਦੇਣੋਂ ਹਟ ਗਏ। ਬੋਲੋ ਸਤਨਾਮ। ਕਿੱਡਾ ਵੱਡਾ ਦੁੱਖ ਸੀ ਇਹ, ਦੁੱਖ ਦੇਣੋਂ ਹਟ ਗਏ ਤਾਂ ਸੇਵਾ ਚ ਲੱਗ ਗਏ। ਇਹ ਸੇਵਾ ਚ ਲੱਗ ਗਏ। ਹੁਣ ਐਸੀ ਕਿਰਪਾ ਹੋਈ ਗੁਰੂ ਦੀ ਸੰਗਤ ਦੀ, ਦੇਖੋ ਕਿੱਡੇ ਦੁੱਖ ਕੱਟੇ ਗਏ। ਇੱਦਾਂ ਇਹਨੇ ਜੀ ਬਾਣੀ ਦੀ ਵਿਆਖਿਆ ਬਾਣੀ ਚੋਂ ਸਮਝ ਆਈ ਜਾਂਦੀ ਹੈ ਨਾ ਆਪਾਂ ਨੂੰ। ਇਹਨੇ ਦੁੱਖ ਹੋਰ ਲੈ ਲਓ, ਈਰਖਾ, ਚੈਲਸ, ਮਨ ਦੀ ਟੀਵੀ। ਇਹ ਕੀ ਹੈ? ਮਨ ਦੀ ਟੀਵੀ, ਸਾੜਾ ਜਿਹਨੂੰ ਕਹਿੰਦੇ। ਸਾੜਾ ਛੱਡਦਾ ਕਿਸੇ ਨੂੰ ਨਾ, ਪਰ ਜਦੋਂ ਗੁਰੂ ਦੀ ਸੰਗਤ ਵਿੱਚ ਬਖਸ਼ਿਸ਼ ਹੋਈ ਫਿਰ ਕਿਉਂ ਪੜ ਲਓ। ਬਿਸਰ ਗਈ ਸਭ ਤਾਕਤ ਪਰਾਈ, ਬਿਸਰ ਗਈ ਸਭ ਤਾਕਤ ਪਰਾਈ, ਬਿਸਰ ਗਈ ਸਭ ਤਾਕਤ ਪਰਾਈ, ਬਿਸਰ ਗਈ ਸਭ ਤਾਕਤ ਪਰਾਈ।
ਤਾਂ ਠੀਕ ਹੋ ਜਾਂਦੀ ਹੈ, ਮਨ ਦੀ ਟੀਵੀ ਨਹੀਂ ਠੀਕ ਹੁੰਦੀ। ਇਹ ਈਰਖਾ ਹੈ, ਇਹ ਮਨ ਦੀ ਟੀਵੀ ਹੈ, ਇਹ ਮਨ ਦੀ ਟੀਵੀ ਹੈ ਸਾਰਾ। ਤਾਂ ਤੇ ਇਹ ਵੀ ਬਹੁਤ ਭੈੜਾ ਰੋਗ ਹੈ। ਗੁਰੂ ਕੀ ਸੰਗਤ ਦੇ ਵਿੱਚ ਇਹ ਬਿਮਾਰੀ ਵੀ ਠੀਕ ਹੋ ਜਾਂਦੀ ਹੈ। ਗਈ ਗਲਾਨ ਸਾਧਕੈ ਸੰਗ, ਇਹ ਵੀ ਇੱਕ ਰੋਗ ਹੈ ਗਲਾਨ, ਇੱਕ ਮਾਨਸਿਕ ਰੋਗ ਹੈ। ਕਈ ਵਾਰੀ ਨਾ ਕਈਆਂ ਨੂੰ ਇਵੇਂ ਇੱਕ ਦੂਜੇ ਤੋਂ ਸੂਗ ਜੀ ਆਈ ਜਾਂਦੀ ਰਹਿੰਦੀ ਹੈ। ਬੋਲੋ ਸਤਨਾਮ। ਇਹ ਘਰਾਂ 'ਚ ਵੀ ਕਈ ਹੁੰਦੀ ਹੈ ਬਿਮਾਰੀ, ਮਾਨਸਿਕ ਰੋਗ। ਐਵੇਂ ਇੱਕ ਦੂਜੇ ਨੂੰ ਦੇਖ ਕੇ ਖਿੱਚੀ ਚੜ੍ਹੀ ਜਾਂਦੀ ਹੈ, ਐਵੇਂ ਇੱਕ ਦੂਜੇ ਨੂੰ ਦੇਖ ਕੇ ਗਲਾਨ ਜੀ ਆਈ ਜਾਂਦੀ ਹੈ। ਇਹ ਮਾਨਸਿਕ ਰੋਗ ਹੈ ਗਲਾਨ, ਇਹ ਵੀ ਚਲੀ ਜਾਂਦੀ ਹੈ। ਆਲਸ ਰੋਗ, ਸਾਧ ਸੰਗਤ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀ ਰੋਗ। ਹੁਣ ਜਿਹਨੂੰ ਆਲਸ ਰੋਗ ਹੈ ਉਹ ਮਾਨਸ ਰੋਗੀ ਤਾਂ ਹੋਊਗਾ, ਕਿਉਂ ਅੱਜ ਦਾ ਕੰਮ ਉਹ ਕੱਲ੍ਹ 'ਤੇ ਛੱਡੂ। ਇਕੱਠਾ ਹੋ ਗਿਆ ਫਿਰ ਕਹਿੰਦਾ ਕੱਲ੍ਹ ਨੂੰ ਦੇਖਦੇ ਹਾਂ, ਹੋਰ ਇਕੱਠਾ ਹੋ ਗਿਆ ਫਿਰ ਬੋਝ ਪੈ ਗਿਆ ਵੀ ਹੁਣ ਨਹੀਂ ਇਹਨੇ ਬਰਦਾਸ਼ਤ। ਬੋਲੋ ਸਤਨਾਮ। ਜਿਹੜਾ ਅੱਜ ਦਾ ਕੰਮ ਕੱਲ੍ਹ 'ਤੇ ਛੱਡਦਾ ਉਹ ਰੋਗੀ ਹੋਊਗਾ ਹੀ ਹੋਊਗਾ। ਇਹ ਦੁੱਖ ਹੈ, ਇਹ ਮਾਨਸਿਕ ਰੋਗੀ ਹੋਊਗਾ, ਉਹ ਟੈਨਸ਼ਨ ਵਿੱਚ ਰੋਗੀ ਰਹੂਗਾ ਜੀ। ਜਿਹੜਾ ਕੰਮ ਅੱਜ ਦਾ ਕੱਲ੍ਹ 'ਤੇ ਛੱਡਦਾ ਹੈ ਉਹਨੇ ਰੋਗੀ ਹੋਣਾ ਹੀ ਹੋਣਾ। ਦੇਖੋ ਜੀ ਬਾਣੀ ਦਾ ਕਿੰਨਾ ਪਿਆਰਾ ਗਿਆਨ ਹੈ ਆਪਾਂ ਨੂੰ ਦਿੱਤਾ ਗੁਰੂ ਜੀ ਨੇ। ਇਸ ਕਰਕੇ ਸਮਝਣਾ ਅਸੀਂ ਸਹਿਜ ਪਾਠ ਕਰਿਆ ਕਰੋ ਅਰਥਾਂ ਸਮੇਤ, ਸਾਰੀ ਗੱਲ ਖੁੱਲ੍ਹ ਜੂ। ਸਹਿਜ ਪਾਠ ਅਰਥਾਂ ਸਮੇਤ ਕਰਿਆ ਕਰੋ। ਆਪਣੇ ਅੰਦਰ ਨਿਗਾਹ ਮਾਰੋ ਸਾਰੇ ਭੈਣ ਭਰਾ ਕਿ ਅਸੀਂ ਇੱਕ ਵੀ ਸਹਿਜ ਪਾਠ ਅਰਥਾਂ ਸਮੇਤ ਕੀਤਾ। ਜੇ ਕੀਤਾ ਜਿਹਨੇ ਮੁਬਾਰਕ, ਜਿਹਨੇ ਨਹੀਂ ਕੀਤਾ ਇਉਂ ਸਮਝੋ ਹਜੇ ਤੱਕ ਉਹਨੇ ਆਪਣੇ ਸਤਿਗੁਰ ਦਾ ਦਰਸ਼ਨ ਹੀ ਨਹੀਂ ਕੀਤਾ। ਬੋਲੋ ਸਤਨਾਮ। ਦਰਸ਼ਨ ਤਾਂ ਕਰ ਲਓ। ਦਰਸ਼ਨ ਕੀ ਹੁੰਦਾ? ਵਿਚਾਰ ਦੁਆਰਾ ਦਰਸ਼ਨ ਕਰੋ। ਦਰਸ਼ਨ ਹੀ ਨਹੀਂ ਕੀਤਾ ਅਸੀਂ ਤਾਂ। ਜੇ ਕਿਤੇ ਦਰਸ਼ਨ ਕਰਨ ਲੱਗ ਪਈਏ ਤਾਂ ਗੱਲ ਨਾ ਬਣ ਜੇ, ਦੁੱਖ ਹੀ ਨਾ ਕੱਟੇ ਜਾਣ ਸਾਰੇ। ਦਰਸ਼ਨ ਕਰਿਆ ਕਰੋ। ਬਾਣੀ ਦੀ ਵਿਚਾਰ ਗੁਰੂ ਦਾ ਪ੍ਰਤੱਖ ਦਰਸ਼ਨ ਹੈ। ਇਸ ਕਰਕੇ ਚਲੋ ਰਹੋ ਵਿਚਾਰ। ਹੁਣ ਆਪਾਂ ਤਿੰਨ ਚਾਰ ਰੋਗਾਂ ਦੀ ਗੱਲ ਤਾਂ ਕਰ ਲਈ ਨਾ। ਈਰਖਾ ਮਨ ਦੀ ਟੀਵੀ। ਇੱਕ ਵਾਰ ਇੱਕ ਕਹਾਣੀ ਜਿਹੀ ਪਾਵਾਂ ਗੱਲ ਸਮਝਣ ਵਾਸਤੇ। ਬਿਮਾਰੀ ਕਹਿੰਦੇ ਬੱਚਿਆਂ ਦੇ ਨਤੀਜੇ ਆਏ ਜਿਸ ਵੇਲੇ ਕੋਈ ਬਹੁਤ ਖੁਸ਼, ਉਹਨੂੰ ਪੁੱਛਿਆ ਵੀ ਤੇਰਾ ਬੱਚਾ ਮੈਰਿਟ ਲਿਸਟ 'ਚ ਆਇਆ, ਫਸਟ ਆਇਆ ਜੇ ਤੂੰ ਖੁਸ਼ ਹੈ ਬਹੁਤ? ਕਹਿੰਦਾ ਨਹੀਂ ਮੇਰਾ ਬੱਚਾ ਮੈਰਿਟ ਲਿਸਟ ਵਿੱਚ ਤਾਂ ਨਹੀਂ ਆਇਆ, ਫਸਟ ਡਿਵੀਜ਼ਨ ਨੂੰ ਪਾਸ ਤਾਂ ਹੋ ਗਿਆ। ਕਹਿੰਦੇ ਵੀ ਤੂੰ ਖੁਸ਼ ਬਹੁਤ ਹੈ? ਕਹਿੰਦਾ ਖੁਸ਼ ਤਾਂ ਮੈਂ ਤਾਂ ਹੈ, ਗਵਾਂਢੀਆਂ ਦਾ ਫੇਲ ਹੋ ਗਿਆ। ਉਹ ਸਤਨਾਮ। ਆਪਣੇ ਬੱਚੇ ਦੇ ਪਾਸ ਹੋਣ ਦੀ ਖੁਸ਼ੀ ਨਹੀਂ, ਗਵਾਂਢੀਆਂ ਦੇ ਫੇਲ ਹੋਣ ਦੀ ਖੁਸ਼ੀ ਹੈ। ਮਨ ਦੀ ਬਿਮਾਰੀ ਹੈ ਜੀ। ਇਹਦਾ ਉਦਾਹਰਨ ਅਸੀਂ ਗੱਲ ਸਮਝ ਚੱਲਦੀ ਹੈ। ਇਹ ਟੀਵੀ ਹੈ ਜੀ ਮਨ ਦੀ। ਕਈ ਵਾਰ ਆਪਣੇ ਉੱਥੇ ਦੇਖ ਲਿਆ ਕਰੋ ਤੁਸੀਂ ਤਾਂ ਤੇ ਮੰਨ ਲਓ ਕੋਈ ਗਵਾਂਢੀ ਘਰ ਪਾਉਂਦਾ, ਦੂਜਾ ਖੂੰਜੇ 'ਤੇ ਖੜੀ ਇੱਟੇ ਹੀ ਲਿਆਈ ਜਾਂਦਾ, ਪੱਥਰ ਹੀ ਆਈ ਜਾਂਦਾ, ਸੀਮੈਂਟ ਹੀ ਆਈ ਜਾਂਦਾ। ਘਰ ਉਹ ਪਾਉਂਦਾ ਇਹਨੂੰ ਤਕਲੀਫ ਹੋਈ ਪਈ ਹੈ, ਬਿਮਾਰੀ ਹੈ। ਚਲੋ ਇੱਦਾਂ ਇਹਨੇ ਲੱਗੇ ਹੋਏ ਰੋਗ, ਇੱਦਾਂ ਰੋਗ। ਫਿਰ ਇਕੱਲਾ ਅੰਗ ਰੋਗੀ ਹੋਇਆ ਪਿਆ। ਤਨ ਤੇ ਕਿਹੜਾ ਅੱਖਾਂ ਨੂੰ ਜਾਣੀ ਕਿ ਦ੍ਰਿਸ਼ਟੀ ਰੋਗ ਲੱਗਿਆ ਪਿਆ। ਜਿਹਨੂੰ ਇਹ ਦ੍ਰਿਸ਼ਟੀ ਰੋਗ ਲੱਗ ਜਾਂਦਾ ਹੈ ਉਹ ਜਿਉਂਦਾ ਨਹੀਂ ਮਰਦਾ ਹੈ। ਐਡਾ ਰੋਗ ਹੈ ਇਹ। ਕਿਵੇਂ ਮਰਦਾ? ਸਪਸ਼ਟ ਸ਼ਬਦਾਂ 'ਚ ਕਹਿੰਦੇ ਹਾਂ, ਕਦੇ ਕਿਸੇ ਦੀ ਕੋਠੀ ਦੇਖ ਕੇ ਮਰਦਾ, ਕਦੇ ਕਿਸੇ ਦਾ ਘਰ ਦੇਖ ਕੇ ਮਰਦਾ, ਕਦੇ ਕਿਸੇ ਦਾ ਰੂਪ ਦੇਖ ਕੇ ਮਰਦਾ, ਕਦੇ ਕਿਸੇ ਦੇ ਬੱਚੇ ਦੇਖ ਕੇ ਮਰਦਾ, ਕਦੇ ਕਿਸੇ ਦੀ ਤਰੱਕੀ ਦੇਖ ਕੇ ਮਰਦਾ। ਇਹੋ ਜਿਹਾ ਰੋਗ ਲੱਗਿਆ, ਅੱਖਾਂ ਨੂੰ ਦੇਖ ਹੀ ਮਰੀ ਜਾਂਦਾ। ਜਾਇਓ ਆਈ ਸਪੈਸ਼ਲਿਸਟ ਕੋਲ, ਪੁੱਛੋ ਵੀ ਆਈ ਡ੍ਰੌਪ ਹੈ ਕੋਈ, ਆ ਮੇਰੀ ਬਿਮਾਰੀ ਠੀਕ ਹੋ ਜੇ ਦ੍ਰਿਸ਼ਟੀ ਰੋਗ। ਉਹ ਜਵਾਬ ਦਿਓ ਕਿ ਮੇਰੇ ਕੋਲ ਤਾਂ ਕੋਈ ਇਹਦਾ ਇਲਾਜ ਨਹੀਂ ਹੈ, ਜਾਂ ਦਵਾਈ ਕੋਈ ਹੈ ਨਹੀਂ, ਇਹਦਾ ਇਲਾਜ ਤਾਂ ਮੇਰੇ ਸਤਿਗੁਰ ਕੋਲ ਹੈ। ਅੱਖਾਂ ਦਾ ਇਲਾਜ। ਅੱਖਾਂ ਦੀ ਕਿਹੜੀ ਬਿਮਾਰੀ? ਦ੍ਰਿਸ਼ਟੀ ਰੋਗ। ਜੇ ਕੋਈ ਬਾਹਰੀ ਹੋ ਗਿਆ ਮੋਤੀਆ, ਕੋਈ ਉੱਦਾਂ ਦਾ ਕੁੱਕਰੇ ਪੈ ਕੇ ਲਾ ਲਈ, ਉਹ ਤਾਂ ਬਾਹਰੀ ਦਵਾਈ ਪਾਵਾਂਗੇ। ਬੋਲੋ ਸਤਨਾਮ। ਇੱਕ ਉਹ ਰੋਗ ਹੈ ਅੱਖਾਂ ਦਾ ਜਿਹੜਾ ਸਾਰਿਆਂ ਨੂੰ ਲੱਗਿਆ ਹੋਇਆ। ਕੋਈ ਬੱਚਾ ਹੁਣ ਚਲੋ ਰੱਬ ਦਾ ਪਿਆਰਾ ਆ ਦ੍ਰਿਸ਼ਟੀ ਰੋਗ ਲੱਗਿਆ ਜਿਹੜਾ, ਜੇ ਕਦੇ ਕਿਸੇ ਚੰਮ 'ਤੇ ਜਾ ਕੇ ਰੁਕ ਜਾਂਦੀ ਹੈ ਨਿਗਾਹ, ਕਦੇ ਕੋਠੀ 'ਤੇ, ਕਦੇ ਕਿਸੇ ਕਾਰ 'ਤੇ, ਕਦੇ ਬੱਚੇ 'ਤੇ, ਮਰੀ ਜਾਂਦਾ ਦੇਖਦੇ। ਜਿਉਂਦਾ ਥੋੜ੍ਹਾ ਇਹ ਮਰਦਾ ਹੈ ਜੇ ਦੇ ਰੋਗ ਲੱਗ ਗਿਆ। ਹੁਣ ਲੱਗ ਗਿਆ ਪਤਾ ਰੋਗ ਕਿਹੜੇ ਆ। ਇਹ ਰੋਗ ਮੇਰੇ ਸਤਿਗੁਰ ਜੀ ਠੀਕ ਕਰਦੇ ਆ। ਨੇਤਰੋਂ ਮੇਰੇ ਹਰ ਤੋਂ ਮੈਂ ਜੋਤ ਧਰੀ ਹਰ ਬਿਨਾ ਵਰਨਾ ਦੇਖੋ ਕੋਈ, ਹਰ ਬਿਨਾ ਵਰਨਾ ਦੇਖੋ ਕੋਈ, ਨਦਰੀ ਹਰ ਇਹ ਵਿਸ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨਾ ਵਰਨਾ ਕੋਈ। ਕਹੈ ਨਾਨਕੇ ਨੇਤਰਾਂ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਦ੍ਰਿਸ਼ਟੀ ਰੋਗ ਠੀਕ ਹੋ ਗਿਆ। ਕਿੰਨੇ ਰੋਗ ਗਿਣਾ ਕਹਿਣ ਦਾ ਭਾਵ ਬੜੀ ਲੰਬੀ ਵਿਆਖਿਆ ਹੋ ਜਾਂਦੀ ਹੈ। ਕੰਨਾਂ ਨੂੰ ਰੋਗ ਲੱਗਾ ਪਿਆ ਗੰਦੇ ਗੀਤ ਸੁਣਨ ਦਾ, ਕੰਨਾਂ ਰਾਹੀਂ ਗੰਦ ਖਾਈ ਜਾਂਦਾ, ਕੋਈ ਅੱਖਾਂ ਰਾਹੀਂ ਗੰਦ ਖਾਈ ਜਾਂਦਾ। ਇਹ ਪਤਾ ਕਾਹਤੇ ਕਿਹਾ? ਜੋ ਅੱਖਾਂ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਇਹ ਮਨ ਦੀ ਖੁਰਾਕ ਬਣਦੀ ਹੈ। ਇਹ ਮਨ ਦੀ ਖੁਰਾਕ ਹੈ। ਗੰਦ ਪਾ ਰਿਹਾ ਹੈ ਆਪਣੇ ਹਰਮੰਦਰ ਰੂਪੀ ਸਰੀਰ ਦੇ ਵਿੱਚ। ਕੱਲ੍ਹ ਗੱਲ ਹੋਈ ਸੀ। ਇਸ ਕਰਕੇ ਇਹ ਰੋਗ ਹੈ।
तद की करिए बाणी सुनिए जित सुनी मन तन हरिया होवा रसना रस समान। ये श्रवण हो मेरे सच सुनने सच सुनने वास्ते लाए, तुसीं गंदे गीत सुनने वास्ते नहीं लाए। मेरे मोहन श्रवणी ये ना सुनाए, साखत गीत नाद धुन गावत बोलत बोल अजाई। जीव नूं रोग लग्या पिया, रसां दा स्वादां दा रसना तूं अनरस राज रही, तेरी प्यास ना जाए। अगे तुसीं पढ़ लिओ, हुण समां नहीं, अशारे काफी अगे तुसीं पढ़ लिओ। तां ते इदां ये रोग लग्या होया, जीव रोगी होए पे, जीव नूं झूठ बोलण दा रोग लग्या पिया। कूड़ बोल मरदार खाए, झूठ बोल के गलिया मास खांदा। मरदार दा अर्थ की हुंदा? गलिया मास। गलिया मास खांदा जिहड़ा झूठ बोलदा। इस करके इदां रोग ने, जीव नूं झूठ बोलण दा रोग लग्या होया, रसां दा रोग लग्या। मेरे सतगुर जी ठीक करदे है। ये नाम स्वरूप गुरबाणी इन्हां रोगां नूं ठीक करदी है। चमड़ी नूं रोग लग्या पिया, सारी चमड़ी रोगी होई पई है। स्किन स्पैशलिस्ट कोई इलाज नहीं। किहड़ा अपना टच स्पर्श रोग, जिੱਥੋਂ ਕਾਮ ਦਾ ਵਿਸ਼ਾ ਬਣ ਜਾਂ ਨਜਾਇਜ਼ ਸੰਬੰਧ ਸਪਸ਼ਟ ਕਹਿੰਦੇ ਤੇ ਬਾਣੀ 'ਚ ਲਿਖਿਆ। ਹੁਣ ਗਿਆਨ ਦੀ ਗੱਲ, ਗਿਆਨ ਦੀਆਂ ਗੱਲਾਂ ਕਰਦੇ ਸ਼ਰਮ ਨਹੀਂ ਮੰਨੀ, ਮੈਂ ਪਹਿਲਾਂ ਹੀ ਦੱਸ ਦੇਵਾਂ। ਬਾਣੀ 'ਚ ਲਿਖਿਆ ਜੈਸਾ ਸੰਗ ਬੇਸੀਆਰ ਸਿਉ ਹੈ ਰੇ, ਤੈਸੋ ਹੀ ਪਰ ਗ੍ਰਹਿ। ਪਰਾਏ ਘਰ ਜਾਣਾ, ਨਜਾਇਜ਼ ਸੰਬੰਧ ਬਣਾਉਣਾ ਸੱਪ ਦੀ ਯਾਰੀ ਹੈ। ਬੋਲੋ ਸਤਨਾਮ। ਬਾਣੀ ਦੇ ਫੈਸਲੇ ਹੈ। ਇੱਕੋ ਹੀ ਪੰਗਤੀ ਜਿਹਦੀ ਸੁਰ ਕੋਈ ਕਿਸੇ ਵੀ ਸਾਡੀ ਭੈਣ ਧੀ ਦੇ ਸੁਰ ਦੇ ਵਿੱਚ ਇਹ ਪੰਗਤੀ ਡਿੱਗ ਗਈ, ਕਿਸੇ ਵੀ ਸਾਡੇ ਵੀਰ ਭਾਈ ਦੇ ਸੁਰ 'ਤੇ ਪੰਗਤੀ ਡਿੱਗ ਗਈ। ਜੈਸਾ ਸੰਗ ਬੇਸੀਆਰ ਸਿਉ ਹੈ ਤੈਸੋ ਹੀ ਪਰ ਗ੍ਰਹਿ। बस इक्को पंक्ति ने नजायज़ संबंधां का रोग कट्टता। बोलो सतनाम। समझाउणा जी ज्ञान, माड़े कामां तो शर्म मननी है, ज्ञान की शर्म नहीं मननी। दसना पैंदा विच दी किते कोई स्पष्ट ही गल कहती, हाँ जी ये पंक्ति साडियां धीआं भैणां ने भी सुरत भी टका के रखनी है, कदे धोखा नहीं खाऊ, भाइयों ने भी टका के रखनी है। नजायज़ संबंध सत्त दी यारी है। चमड़ी रोग है किसी स्पैशलिस्ट को इलाज है कि मेरा सतगुर वैद इलाज करता है। इलाज मेरे सतगुर जी करते हैं। सारी चमड़ी रोगी हुई पई है, जीभ रोगी हुई पई है, अखां रोगी हुई पई हैं, कन रोगी होए पे है, नक रोगी होया पे, वासना की भुख। इदां ये रोग ने, ये रोग गुरु जी ठीक करते हैं। किन्ने रोग आपां गिण ले, अगे तो हुण फिर बहुत लंबा विस्तार। तां समाजिक रोग ने, कुछ होर इशारे दे दें। दाज दहेज समाजिक रोग है, रिश्तियां का व्यापारीकरण हो गया, प्यार खत्म हो गया। तो जे इक्को ही पंक्ति रोग कट दो, जे मन लगे होर मनमुख दाज जे रख दिखाने, सो कूड़ अहंकार कच पाजो। मेरे सतगुर ने बीमारी ठीक करने वास्ते टीका लाता, कि बचन का ज्ञान का टीका लाता। गुरु जी कहते मनमुख ने ਜਿਹੜੇ ਪਹਿਲਾਂ देन लैन का सौदा करते हैं, फिर रख के नमैश ला के दिखाते हैं। गुरु साहब कहते कौन ने? इन्हें मनमुख झूठे कच्चे हंकारी। भावें बचन का टीका लाता, जिहदे टीका लग गया बस वो की है कि बीमारी दूर हो जानी है। दाज दहेज का दैंत बढ़िया होया समाज में, रिश्तियों का व्यापारीकरण हो गया, प्यार खत्म हो गया। छोटे ने रोग ये, पर असीं इन्हां रोगां नूं रोग ही नहीं मन्निया। असीं इन्हां रोगां नूं रोग ही नहीं मन्निया। दाज दहेज समाजिक रोग, जिवें रिश्ते खत्म करते, व्यापारीकरण हो गया रिश्तियों का, ये रोग ने। बच्ची का कतल कुख में रोग है, भ्रूण हत्या, सोफे मंदा आखे जित जमे राजा। सो इदां बड़े रोग ने। अनटचबिलिटी का रोग, छूत छात को नाल ना लग जी, भिट्टे ना जाएगी, रोग है ना रोग। ताते इदां सारे रोग गुरु जी ठीक करते हैं। संक्षेप कहता पता नहीं किन्ने सारे जात का हंकार रोग है। मनुख मनुख नाल नफरत करता है, जात के आधार पर नफरत। तो गुरु साहब जी ये ठीक करते रोग। टीका तो लाउणा ही पैंदा रोग ठीक करने वास्ते। कहते जात का गर्भ ना कर मूर्ख लावारा, इस गर्भ ते चले ही बहुत बेकार आ। गुरु जी कहते ऐ मूर्ख ऐ पागल, जात का हंकार ना करया कर। जात के हंकार तो मनुखी समाज में बहुत बिगाड़ पैदा होंगे है। बड़ा दुख है ये। मनुख मनुख नाल नफरत करता है, ऊंच नीच फैलती है, लड़ाई झगड़े का कारण भी बन जाता है। देखो मनुख मनुख नाल नफरत करता है जात के आधार पर। हाय हाय किड्डा रोग है, किड्डा दुख है, कितना दुख है। मेरे गुरु ने जाति हंकार का रोग ठीक करता। तो इत्थों तक कहा गुरु नानक बाबा जी ने, जिथे नीच संभालियन तिथे नदर तेरी बख्शीस। जिथे बामणवाद के लताड़े लोगों की संभाल होंगी, इन्होंने नीच नीच कह के, शूद्र शूद्र कह के दुरकार दिता, लताड़ दिता। जिथे लताड़े लोगों की संभाल होंगी, उत्थे परमात्मा की मेहर की निगाह होंगी है। बोलो सतनाम। मेरे गुरु बाबा जी का वचन है। इदां ये रोग ने। मनुख का खून पीता गया, शूद्र शूद्र कह के, नीच नीच कह के खून पीता गया मनुख का। ताकि इदा किन्ने रोग गिना तुसीं अगे दी अगे लिस्ट बना के ना सहज पट करी चलो, गिनी चलो। एक विषय के उत्ते ना ध्यान च रखी चलो, करी चलो नोट गुरु के वचन बाणी के विचों। ये तो सिर्फ इशारे दिते तुहानूं भी इदां हुंदी है बाणी की व्याख्या बाणी विचों।
ਗੁਰਬਾਣੀ ਦੀ ਤੇ ਫਿਰ ਕਿੰਨੇ ਮਨ ਤੋਂ ਰੋਗ ਆਉਂਦੇ ਨੇ, ਜਾਣੀ ਕਿ ਜਿਵੇਂ ਹੁਣ ਮਨ ਵਿੱਚ ਡਰ ਹੈ, ਡਰ ਦਾ ਨਾਲ ਦੀ ਨਾਲ ਪਾਚਨ ਵਾਲੀ 'ਤੇ ਅਸਰ ਪਊ, ਡਿਜੈਸਟਿਵ ਸਿਸਟਮ 'ਤੇ ਨਾਲ ਦੀ ਨਾਲ ਜਾਣੀ ਕਿ ਨਰਵਸ ਸਿਸਟਮ 'ਤੇ ਅਸਰ ਪਊ, ਹਾਰਟ 'ਤੇ ਅਸਰ ਪਊ। ਮਨ ਵਿੱਚ ਡਰ ਹੈ, ਗੱਲ ਮਕਾਓ ਸਿੱਧਾ ਜਾਂ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਹੌਲ ਜੇ ਪੈਂਦੇ, ਦਿਲ ਦੀ ਧੜਕਣ ਘੱਟਦੀ ਵੱਧਦੀ, ਬਲੱਡ ਪ੍ਰੈਸ਼ਰ ਘੱਟ। ਕਿਉਂ? ਕਿਉਂਕਿ ਮਨ 'ਚ ਡਰ ਹੈ। ਗੁਰੂ ਨੇ ਮਨ ਦਾ ਡਰ ਚੱਕਤਾ। ਨਿਰਭਉ ਜਪੈ ਸਗਲ ਭਉ ਮਿਟੈ। ਮਨ ਦੇ ਡਰ ਚੱਕੇ ਗਏ, ਨੀਂਦ ਵਧੀਆ ਆਉਣ ਲੱਗ ਗਈ, ਭੁੱਖ ਠੀਕ ਲੱਗਣ ਲੱਗ ਗਈ, ਦਿਲ ਦੀ ਧੜਕਣ ਠੀਕ ਹੋ ਗਈ, ਬਲੱਡ ਪ੍ਰੈਸ਼ਰ ਵੀ ਠੀਕ ਹੋ ਗਿਆ। ਬੋਲੋ ਸਤਿਨਾਮ। ਉਹ ਇੱਦਾਂ ਵੀ ਆ, ਕਿਉਂਕਿ ਮਨ ਤੇ ਤਨ ਦਾ ਗਹਿਰਾ ਸੰਬੰਧ ਹੈ, ਠੀਕ ਉਹ ਤਨ ਤੇ ਤਾਂ ਆਉਣਾ ਹੀ ਹੈ। ਇੱਦਾਂ ਵੀ ਆ ਰਿਹਾ ਸੀ ਡਰ, ਵਹਿਮ ਭਰਮ, ਵਹਿਮਾਂ ਭਰਮਾਂ ਨੂੰ ਡਰਦੀ ਫਿਰਦੇ, ਰਾਹੂ ਆ ਗਿਆ, ਕੇਤੂ ਆ ਗਿਆ, ਹੁਣ ਨਾ ਹੀ ਕੁਛ ਹੁੰਦਾ ਹੀ ਨਹੀਂ। ਇੱਦਾਂ ਇਹ ਵਹਿਮ ਭਰਮ ਇੱਕ ਡਰ ਹੈ। ਕਹਿੰਦੇ ਪਖੰਡਵਾਦ ਕਿੱਡੀ ਬਿਮਾਰੀ ਲੱਗੀ ਆ ਮਨੁੱਖਤਾ ਨੂੰ। ਗੁਰੂ ਨੇ ਪਖੰਡਵਾਦ ਦੀ ਬਿਮਾਰੀ ਦਾ ਇਲਾਜ ਕੀਤਾ ਬਾਣੀ 'ਚ। ਸੋ ਇੱਦਾਂ ਇਹ ਹੈ ਜੀ ਰੋਗ ਜਿੰਨੇ ਕਿ ਹੋ ਸਕੇ ਆਪਾਂ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਨਾਲ ਇੱਕ ਹੋਰ ਵੀ ਗੱਲ ਕਹਿੰਦੇ, ਮੈਨੂੰ ਗੁਰਬਾਣੀ ਗਿਆਨ ਰਾਹੀਂ ਧਿਆਨ ਇਕਾਗਰ ਹੋ ਜਾਂਦਾ ਨਾ, ਅੱਗੇ ਫਿਰ ਇੱਕ ਹੋਰ ਸਿਸਟਮ ਵੀ ਉਹ ਵੀ ਸਮਝਣ ਦੀ ਕੋਸ਼ਿਸ਼ ਕਰਿਓ ਵੀ ਗੁਰਬਾਣੀ ਦੇ ਗਿਆਨ ਰਾਹੀਂ ਜੋ ਸਾਡਾ ਧਿਆਨ ਇਕਾਗਰ ਹੋ ਗਿਆ, ਸਾਡੇ ਅੰਦਰੋਂ ਭੈੜੇ ਖਿਆਲ ਖਤਮ ਹੋ ਗਏ, ਇਕਾਗਰਤਾ ਬਣ ਗਈ ਨਾ, ਕੌਨਸਨਟ੍ਰੇਸ਼ਨ ਬਣ ਗਈ। ਇਕਾਗਰਤਾ ਬਣਦਿਆਂ ਸਾਡਾ ਜਿਹੜਾ ਸਵਾਸ ਹੈ ਨਾ ਲੈਅਬੱਧ ਹੋ ਜਾਂਦਾ ਹੈ। ਲੈਅਬੱਧ ਸਮਝ ਕੇ ਨਾ ਜੀ ਵੀ ਸਾਹ ਅੰਦਰ ਜਾਂਦਾ ਤਾਂ ਵੀ ਆਉਣਾ, ਬਾਹਰ ਆਉਂਦਾ ਤਾਂ ਵੀ ਆਉਣਾ, ਸਾਹ ਡੂੰਘਾ ਵੀ ਹੋ ਜਾਂਦਾ ਅਤੇ ਲੈਅਬੱਧ ਹੋ ਜਾਂਦਾ। ਇਕਾਗਰ ਆਪਣੇ ਆਪ ਭਾਵ ਕਿ ਨਾਸਾਂ ਤੋਂ ਨਾਭੀ ਤੱਕ ਗਹਿਰਾ ਜਾਂਦਾ ਸਾਹ। ਤਾਂ ਅਤੇ ਇਹਨੂੰ ਕਹਿੰਦੇ ਇੱਕ ਸਵਾਸਿੰਗ ਰੀਦਮ ਦੇ ਵਿੱਚ ਆ ਜਾਂਦਾ, ਇਨਪੁੱਟ ਆਊਟਪੁੱਟ ਬੈਲੈਂਸ ਹੋ ਜਾਂਦੀ ਹੈ। ਫਿਰ ਇਹਦੇ ਬੈਲੈਂਸ ਬਰਾਬਰ ਹੁੰਦੇ ਆ, ਗੈਸਾਂ ਦੀ ਮਾਤਰਾ ਬਰਾਬਰ ਹੋ ਗਈ, ਕਿਉਂ ਸਾਡਾ ਸਾਹ ਬਰਾਬਰ ਹੋ ਗਿਆ। ਅੰਦਰ ਅਸੀਂ ਆਕਸੀਜਨ ਲੈਂਦੇ ਹਾਂ, ਬਾਹਰ ਕਾਰਬਨ ਡਾਈਆਕਸਾਈਡ ਕੱਢਦੇ ਹਾਂ, ਗੈਸਾਂ ਦੀ ਮਾਤਰਾ ਬਰਾਬਰ ਹੁੰਦੇ ਆ। ਸਾਡੇ ਸਰੀਰ ਵਿੱਚ ਕੁਝ ਕੈਮੀਕਲ ਰਿਐਕਸ਼ਨ ਜਿਹੜੇ ਰਸਾਇਣਕ ਕਿਰਿਆਵਾਂ ਉਹ ਠੀਕ ਹੋ ਗਈਆਂ। ਉਹਨਾਂ ਦੇ ਠੀਕ ਹੁੰਦਿਆਂ ਸਾਡੇ ਸਰੀਰ 'ਚ ਪਰਮਾਤਮਾ ਨੇ ਇੱਕ ਸਿਸਟਮ ਪਾਇਆ ਜਿਹਨੂੰ ਅਸੀਂ ਸਾਇੰਸ ਦੀ ਭਾਸ਼ਾ ਵਿੱਚ ਇਮਿਊਨੋਲੋਜੀਕਲ ਸਿਸਟਮ ਕਹਿੰਦੇ ਹਾਂ, ਜੋ ਐਂਟੀਬੋਡੀ ਤਿਆਰ ਕਰਦਾ ਹੈ ਤਾਂ ਕਿ ਸਾਡੇ ਸਰੀਰ ਦੀ ਇਮਿਊਨਿਟੀ ਤਕੜੀ ਹੋ ਜਾਂਦੀ ਹੈ, ਕਿਉਂਕਿ ਸਿਸਟਮ ਸਿਕਿਰਿਆ ਹੋ ਜਾਂਦਾ, ਸਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਸਾਡੇ ਅੰਦਰ ਹੀ ਜੋ ਪਰਮਾਤਮਾ ਨੇ ਪਾਈ ਸੀ ਉਹ ਸਹੀ ਕੰਮ ਕਰਨ ਲੱਗ ਪਈ, ਸਰੀਰ ਦੀ ਇਮਿਊਨਿਟੀ ਤਕੜੀ ਹੋ ਗਈ। ਬੋਲੋ ਸਤਿਨਾਮ। ਬਾਕੀ ਤਾਂ ਬਾਣੀ ਕੋਈ ਜਾਦੂ ਟੂਣਾ ਨਹੀਂ ਕਹਿਣ ਦਾ ਭਾਵ, ਗਿਆਨ ਨੂੰ ਸਮਝਣਾ। ਜਦੋਂ ਸੱਚੇ ਗਿਆਨ ਨਾਲ ਜੁੜਾਂਗੇ ਬੁਰਾਈਆਂ ਖਤਮ ਹੋਣਗੀਆਂ। ਇਕਾਗਰਤਾ ਵੱਲੋਂ ਇਕਾਗਰਤਾ ਤੋਂ ਅੱਗੇ ਇਕਾਗਰਤਾ ਦਾ ਸੰਬੰਧ ਸਾਹ ਨਾਲ ਹੈ, ਸਾਹ ਦਾ ਸੰਬੰਧ ਗੈਸਾਂ ਨਾਲ ਹੈ, ਗੈਸਾਂ ਦਾ ਸੰਬੰਧ ਰਸਾਇਣਕ ਕਿਰਿਆਵਾਂ ਨਾਲ ਹੈ, ਕਿਰਿਆਵਾਂ ਦਾ ਸੰਬੰਧ ਅੱਗੇ ਇਮਿਊਨਿਕਲ ਸਿਸਟਮ ਦੇ ਨਾਲ ਹੈ। ਉਹ ਸਾਰਾ ਸਿਸਟਮ ਜਿਹੜਾ ਸਿਕਿਰਿਆ ਹੋ ਗਿਆ। ਜਿਸ ਕਰਕੇ ਕਹਿਣਾ ਹਰ ਆਫਤ ਸਭ ਘੱਟ ਹੈ ਭਾਈ, ਗੁਰ ਪੂਰੇ ਬਿਨ ਵਿਧ ਨਾ ਬਣਾਈ। ਸਾਰੇ ਰੋਗਾਂ ਦੀ ਦਵਾਈ ਤੁਹਾਡੇ ਅੰਦਰ ਹੀ ਹੈ, ਪੂਰੇ ਗੁਰੂ ਤੋਂ ਬਿਨਾਂ ਪਰ ਇਹ ਸਿਕਿਰਿਆ ਨਹੀਂ ਹੁੰਦਾ ਸਿਸਟਮ। ਬੋਲੋ ਸਤਿਨਾਮ। ਇੰਨਾ ਸਪਸ਼ਟ ਗੱਲ ਹੈ ਬਾਣੀ 'ਚ। ਚਲੋ ਇਸ ਕਰਕੇ ਇੱਦਾਂ ਇਹ ਰਿਹਾ ਜੀ ਰਹਾਉ ਪਦ ਦੀ ਆਪਾਂ ਯਾਨੀ ਕਿ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਦੁੱਖ ਦੇ ਉੱਤੇ ਕਾਫੀ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰ ਲਈ। ਇੱਦਾਂ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ, ਪੂਰਨ ਸਤਿਗੁਰ ਗਿਆਨ ਰਹਾਉ। ਤੇ ਰਹਾਉ ਦਾ ਜਿਹੜਾ ਬੰਦ ਹੈ ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਭਾਵ ਕਿ ਸਾਰੇ ਸ਼ਬਦ ਦਾ ਨਿਚੋੜ ਰਹਾਉ ਦੇ ਵਿੱਚ ਹੀ ਹੁੰਦਾ ਹੈ। ਨਿਚੋੜ ਕਹਿ ਲਓ, ਸਾਰਾਂਸ਼ ਕਹਿ ਲਓ। ਇਸ ਕਰਕੇ ਰਹਾਉ ਪਦ ਦੀ ਆਪਾਂ ਵਿਆਖਿਆ ਕਰ ਲਈ, ਬਾਕੀ ਸੰਖੇਪ ਅਰਥ ਹੀ ਕਰਾਂਗੇ। ਵਿਆਖਿਆ ਤਾਂ ਸ਼ਬਦ ਦੀ ਹੋ ਗਈ, ਰਹਾਉ ਦੀ ਵਿਆਖਿਆ ਹੋ ਗਈ, ਤਾਂ ਮੰਨੋ ਸ਼ਬਦ ਦੇ ਕੇਂਦਰੀ ਭਾਵ ਨੂੰ ਅਸੀਂ ਸਮਝ ਲਿਆ। ਸੋ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ, ਪੂਰਨ ਸਤਿਗੁਰ ਗਿਆਨ ਰਹਾਉ। ਜਿਤ ਘਟ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਥਾਉ, ਜਮ ਕਾਂਕਰ ਨੇੜ ਨਾ ਆਵਈ, ਰਸਨਾ ਹਰ ਗੁਣ ਗਾਓ। ਜਿਤ ਘਟ ਵਸੈ ਪਾਰ ਬ੍ਰਹਮ, ਜਿਸ ਸਰੀਰ ਰੂਪੀ ਘਟ ਦੇ ਵਿੱਚ, ਹਿਰਦੇ ਰੂਪੀ ਘਟ ਦੇ ਵਿੱਚ ਪਰਮਾਤਮਾ ਵਸਦਾ ਹੈ, ਮਾਲਕ ਦੀ ਯਾਦ ਅੰਦਰ ਵਸ ਗਈ ਸੱਚੇ ਗਿਆਨ ਰਾਹੀਂ। ਤਾਂ ਅੱਗੇ ਹੁਣ ਰਹਾਉ ਪਦ ਦੀ ਵਿਆਖਿਆ ਸ਼ੁਰੂ ਹੋ ਗਈ ਨਾ। ਜਿੰਨੇ ਵੀ ਸ਼ਬਦ ਦੇ ਬਾਕੀ ਬੰਦ ਹੈ ਇਹ ਰਹਾਉ ਵਾਲੇ ਬੰਦ ਦੀ ਵਿਆਖਿਆ ਸਰੂਪ ਹੁੰਦੇ ਹੈ। ਜਿਸ ਸਰੀਰ ਦੇ ਵਿੱਚ ਮਾਲਕ ਪਰਮਾਤਮਾ ਯਾਦ ਟਿਕ ਗਈ, ਆਪਾਂ ਆਨੰਦ ਸਾਹਿਬ 'ਚ ਵੀ ਪੜ੍ਹਦੇ ਹਾਂ, ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਜਿਤ ਘਟ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਥਾਉ। ਉਹੀ ਭਾਈ ਯਾਨੀ ਕਿ ਹਿਰਦਾ ਰੂਪੀ ਥਾਂ ਉਹੀ ਸੋਹਣਾ ਹੈ। ਇੱਕ ਪੰਕਤੀ ਹੋਰ ਵੀ ਆਉਂਦੀ ਬਾਣੀ ਦਸ ਪੰਜ 'ਚੋਂ ਸਮਝ ਲਓ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਅਰਥ ਕਦਮ, ਜਿੱਥੇ ਮੇਰੇ ਗੁਰੂ ਦੇ ਕਦਮ ਚਰਨ ਪੈ ਗਏ ਭਾਈ ਉਹ ਸਰੀਰ ਥਾਨ ਸੋਹਣਾ ਹੈ। ਗੁਰੂ ਦੇ ਕਦਮ ਕਿਹੜੇ? ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਨ੍ਹਿਓ ਪਾਲ। ਇਹ ਗੱਲ ਪੱਲੇ ਬੰਨ੍ਹ ਲਓ, ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਣਾ ਹੀ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਟਿਕਾਉਣਾ ਹੋਇਆ ਕਰਦਾ। ਹੋਰ ਅੰਦਰ ਹੱਡ ਮਾਸ ਦੇ ਚਰਨ ਟਿਕਦੇ ਹੁੰਦੇ, ਭਾਵ ਅਰਥ ਹੁੰਦੇ ਬਾਣੀ ਦੇ।
ਤਾਂ ਤੇ ਗੁਰੂ ਦਾ ਗਿਆਨ ਅੰਦਰ ਵਸ ਗਿਆ, ਸਮਝ ਲਓ ਗੁਰੂ ਦੇ ਚਰਨ ਅੰਦਰ ਟਿਕ ਗਏ। ਬੋਲੋ ਸਤਿਨਾਮ। ਜਿਸ ਸਰੀਰ ਵਿੱਚ ਗੁਰੂ ਦੇ ਚਰਨ ਟਿਕ ਗਏ, ਉਹ ਸਰੀਰ ਥਾਨ ਸੋਹਣਾ ਹੋ ਗਿਆ, ਤਾਂ ਵਿਕਾਰਾਂ ਤੋਂ ਬਚ ਗਿਆ, ਉਹਦਾ ਜੀਵਨ ਬੜਾ ਸੋਹਣਾ ਹੋ ਗਿਆ। ਫਿਰ ਤਾਂ ਜੀਵਨੋਂ ਮੈਂ ਜੀਵਨ ਪਾਇਆ। ਇਸ ਕਰਕੇ ਜਿਤ ਘਟ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਥਾਉ, ਜਮ ਕੰਕਰ ਨੇੜ ਨਾ ਆਵਈ, ਰਸਨਾ ਹਰ ਗੁਣ ਗਾਓ। ਭਾਈ ਰਸਨਾ ਦੇ ਨਾਲ ਵੀ ਮਾਲਕ ਪਰਮਾਤਮਾ ਦੇ ਗੁਣ ਗਾਓ। ਪਰ ਇੱਦਾਂ ਯਾਦ ਪੱਕਦੀ ਹੈ ਤੇ ਇਹ ਜਮ ਕੰਕਰ ਨੇੜ ਨਹੀਂ ਆਉਂਦਾ। ਜਮ ਕੰਕਰ, ਇੱਕ ਤਾਂ ਜਮ ਕਿਸ ਕਈ ਰੂਪ ਨੇ ਜਮ ਦੇ ਵੀ। ਇੱਕ ਤਾਂ ਜਮ ਲੱਗਦਾ ਹੈ ਗਮ, ਚਿੰਤਾ, ਫਿਕਰ, ਝੋਲਾ। ਲਿਖਿਆ ਨਾ ਬਾਣੀ 'ਚ, ਚਿੰਤਤ ਹੀ ਦਿਸੈ ਸਭ ਕੋਇ, ਚਿਤ ਹੀ ਏਕ ਤਹੀਂ ਸੁਖ ਹੋਏ। ਹਰ ਕੋਈ ਚਿੰਤਾ ਵਿੱਚ ਦਿਸਦਾ ਹੈ, ਹਰ ਕਿਸੇ ਨੂੰ ਜਮ ਲੱਗਿਆ ਹੈ। ਜਮ, ਚਿੰਤਾ, ਫਿਕਰ, ਗਮ। ਗੁਰਬਾਣੀ 'ਚ ਇੱਕ ਪੰਕਤੀ ਹੋਰ ਪੜ੍ਹ ਲਓ। ਵੱਡੇ ਵੱਡੇ ਜੋ ਦੀਪ ਜਮ ਵੀ ਕਿਹਾ ਜਾਂਦਾ। ਚਿੰਤਾ ਰੋਗ ਆ ਨਾ, ਦੇਖੋ ਰੋਗਾਂ ਦੀ ਗੱਲ 'ਚ ਚਿੰਤਾ ਰੋਗ ਇੱਦਾਂ ਇਹ ਜਮ ਹੈ, ਇਹ ਖਹਿੜਾ ਛੱਡਦਾ ਹੀ ਨਹੀਂ, ਲੱਗਾ ਹੀ ਰਹਿੰਦਾ। ਇੱਕ ਜਮ ਲੱਗਦਾ ਹੈ ਕਰਤਾਰ ਨੂੰ ਅੰਦਰ, ਫਿਰ ਕੀ ਹੁੰਦਾ, ਜੱਜਾ ਜਨਮ ਹੁੰਦਾ, ਮਾਮਾ ਮਰਨ ਹੁੰਦਾ ਅੰਦਰ। ਹੁਣ ਵੀ ਚੱਲਦਾ, ਆਵਾਗਮਨ ਹੋਤ ਹੈ ਹੁਣ ਇਹ ਪ੍ਰਸੰਗ ਨਾ ਟੁੱਟੈ। ਕਿਵੇਂ ਸਪਸ਼ਟ ਉਦਾਹਰਨ ਦੇਵਾਂ ਵੀ ਕਿੱਦਾਂ ਜਮ ਲੱਗਦਾ। ਮੰਨ ਲਓ ਕੋਈ ਵੀ ਮਨੁੱਖ ਲਾਲਚਵਸ ਹੋ ਕੇ ਗਲਤ ਕੰਮ ਕਰਦਾ ਹੈ। ਮਨੁੱਖ ਦਾ ਅਰਥ ਮਾਨਸ ਦੇ ਹੀ ਭੈਣ ਭਰਾ ਕੋਈ ਹੈ। ਲਾਲਚਵਸ ਹੋ ਕੇ ਉਦੋਂ ਕੀ ਹੋ ਗਿਆ, ਫਿਰ ਲੱਭ ਕੁੱਤਾ ਕੀ ਬਣ ਗਿਆ ਜੀ, ਲਾਲਚੀ ਕੁੱਤਾ। ਕੀ ਬਣ ਗਿਆ, ਅੰਦਰ ਕਰਤਾਰ ਦੇ ਵਿੱਚ ਜੱਜਾ ਜਨਮ ਹੋ ਗਿਆ ਕੁੱਤੇ ਦਾ, ਮਾਮਾ ਮਰਨ ਹੋ ਗਿਆ ਮਨੁੱਖ ਦਾ। ਮਨੁੱਖ ਜਮੀਰ ਦੀ ਮੌਤ ਮਰ ਗਿਆ, ਅੰਦਰ ਕੁੱਤੇ ਦਾ ਜਨਮ ਹੋ ਗਿਆ। ਹੁਣ ਮਨੁੱਖ ਦੀ ਸ਼ਕਲ ਵਿੱਚ ਕੁੱਤਾ ਤੁਰਿਆ ਫਿਰਦਾ ਹੈ। ਬੋਲੋ ਸਤਿਨਾਮ। ਵਚਨ ਤਿੱਖਾ ਹੈ ਪਰ ਇਲਾਜ ਕਰਦਾ ਹੈ। ਜਮ ਲੱਗ ਗਿਆ, ਜਮ ਲੱਗ ਗਿਆ ਨੂੰ, ਮਨੁੱਖ ਜਮੀਰ ਦੀ ਮੌਤ ਮਰ ਗਿਆ, ਅੰਦਰ ਕੁੱਤਾ ਪੈਦਾ ਹੋ ਗਿਆ, ਕੁੱਤਾ ਪੈਦਾ ਹੋ ਗਿਆ। ਬਾਣੀ ਦਾ ਫੈਸਲਾ ਹੈ। ਯਾਦ ਰੱਖੋ ਜੀ, ਸੱਚੇ ਗਿਆਨ ਦੇ ਥੋੜੇ ਆ। ਕਈ ਤਾਂ ਮਨ 'ਚ ਸੋਚਦੇ ਹੋਣਗੇ ਵੀ ਹੈ ਤਾਂ ਥੋੜੀ ਬੜੇ ਪੈਂਦੇ ਆ। ਹਾਂ ਜੀ, ਗਿਆਨ ਦੇ ਥੋੜੇ ਨੇ ਨਾ, ਗਿਆਨ ਦੇ ਥੋੜੇ ਚਿੱਪ ਕੱਢ ਦੇਣਗੇ। ਸੱਚਾ ਗਿਆਨ ਬਾਣੀ ਦਾ ਉਹ ਸੁਣ ਸਕਦਾ ਹੈ ਜਿਹਨੇ ਆਪਣੇ ਜੀਵਨ ਨੂੰ ਕਢਵਾਉਣਾ ਹੋਵੇ। ਗੁਰਬਾਣੀ ਬੜੀ ਹੈਮਰਿੰਗ ਕਰਦੀ ਹੈ, ਬੜੀ ਚੋਟ ਕਰਦੀ ਹੈ। ਗਿਆਨ ਦੇ ਥੋੜੇ ਮਾਰ ਮਾਰ ਕੇ ਗੁਰੂ ਜੀ ਚਿੱਪ ਕੱਢ ਦਿੰਦੇ ਆ। ਬੋਲੋ ਸਤਿਨਾਮ। ਪਰ ਬਹੁਤੀ ਦੁਨੀਆ ਪਤਾ ਕਿੱਥੇ ਲੱਗ ਗਈ, ਸਾਰੀ ਨਹੀਂ ਕਹਿੰਦਾ ਸੋਝੀ ਵਾਲੇ ਬੈਠੇ ਹੋ, ਬਹੁਤੀ ਦੁਨੀਆ ਲੱਗ ਗਈ ਵੀ ਸਾਨੂੰ ਤਾਂ ਜੀ ਇਹੋ ਜਿਹਾ ਬਾਬਾ ਜੀ ਚਾਹੀਦਾ ਹੈ। ਇੱਕ ਪਾਸੇ ਮਿਸ਼ਰੀ ਰੱਖੀ ਹੋਵੇ, ਇੱਕ ਪਾਸੇ ਸੇਬ ਰੱਖਿਆ ਹੋਵੇ, ਤੇ ਬਾਬਾ ਜੀ ਬਸ ਸੇਬ ਫੜਾ ਦੇਣ, ਮਿਸ਼ਰੀ ਫੜਾ ਦੇਣ, ਤੇ ਐਂ ਹਿਲਾ ਦੇਣ ਹੱਥ। ਫੇਰ ਨਾ ਹਾਂ ਬੜੇ ਬਾਬਾ, ਬੱਲੇ ਬੱਲੇ ਬੱਲੇ, ਬੜੇ ਬਾਬਾ ਜੀ, ਬੱਲੇ ਬੱਲੇ ਬਾਬਾ ਜੀ, ਬਾਬਾ। ਬਸ ਐਂ ਦੁਨੀਆ ਚਿੱਪ ਨਹੀਂ ਕਢਾ ਕੇ ਰਾਜੀ। ਬਸ ਇੱਦਾਂ ਦੇ ਬਾਬੇ ਪੈਦਾ ਹੋ ਗਏ, ਐਂ ਕਰਦਾ ਹੈ। ਆਸ਼ੀਰਵਾਦ ਹੈ, ਇਹਦੇ ਨਾਲ ਕੀ ਹੋ ਜੂਗਾ। ਭਾਵ ਕਿ ਸੱਚਾ ਗਿਆਨ ਸੱਚੀ ਆਸ਼ੀਰਵਾਦ ਹੁੰਦੀ ਹੈ। ਗੁਰੂ ਦਾ ਇੱਕ ਇੱਕ ਵਚਨ ਸੱਚੀ ਆਸ਼ੀਰਵਾਦ ਦੇ ਰਿਹਾ ਹੈ। ਜਿਹੜਾ ਵੀ ਗੁਰੂ ਦਾ ਵਚਨ ਮੰਨ ਲੈਂਦਾ ਉਹਦਾ ਹੁਣੀ ਭਲਾ ਹੋ ਜੂ। ਬੋਲੋ ਸਤਿਨਾਮ। ਇੱਥੇ ਬੈਠੇ ਲੈ ਜਾਓ ਆਸ਼ੀਰਵਾਦ। ਸੱਚਾ ਗਿਆਨ ਸੱਚੀ ਆਸ਼ੀਰਵਾਦ ਲੈਣੀ ਜਾਣੀ ਕਿ ਬਿਰਲਾ ਬਿਰਲਾ ਲੈਂਦਾ ਹੈ। ਸੱਚੀ ਆਸ਼ੀਰਵਾਦ ਦੇਣੀ ਵੀ ਔਖੀ ਹੈ ਤੇ ਲੈਣੀ ਵੀ ਔਖੀ ਹੈ। ਹੱਥ ਲਾ ਕੇ ਤਾਂ ਲੱਖਾਂ ਬੰਦਾ ਇੱਥੇ ਬੈਠਾ ਹੋਊ, ਮੈਂ ਕਰੀ ਚੱਲੂ, ਦੱਸ ਜੇਬਾਂ ਖਾਲੀ ਕਰੋ ਵੱਧ ਕਰੀ ਚੱਲੂ, ਐਂ ਫਿਰ ਹੱਥ ਲਾਉਣ ਲੱਗ ਜੂ। ਇਹਦਾ ਕੀ ਹੈ, ਲੱਗਦਾ ਜ਼ੋਰ ਲੱਗਦਾ ਕੋਈ ਕਿਸੇ ਹੱਥਾਂ ਲਾਉਣ ਤੇ, ਜ਼ੋਰ ਨਹੀਂ ਲੱਗਦਾ ਕੋਈ। ਇਸ ਕਰਕੇ ਬਹੁਤੀ ਦੁਨੀਆ ਇਹੋ ਜਿਹੇ ਬਾਬਿਆਂ ਨੂੰ ਲਾਈਕ ਕਰਦੀ ਹੈ, ਬਹੁਤੀ। ਇੱਦਾਂ ਫਿਰ ਭੀੜਾਂ ਤੁਰੀਆਂ ਜਾਂਦੀਆਂ ਵੀ ਬਾਬਾ ਜੀ ਆਸ਼ੀਰਵਾਦ ਦੇਣਗੇ, ਹੱਥ ਹਿਲਾਉਣਗੇ, ਮਿਸ਼ਰੀ ਦੇਣਗੇ, ਸੇਬ ਦੇ ਕੇ ਸਿਰ ਪਲੂਸਣਗੇ। ਤਾਂ ਤੇ ਇੱਦਾਂ ਨਹੀਂ। ਚਲੋ ਸੱਚਾ ਗਿਆਨ ਹੀ ਸੱਚੀ ਆਸ਼ੀਰਵਾਦ ਧਿਆਨ 'ਚ ਰੱਖਿਓ। ਹੁਣ ਜਿਹਦੇ ਇਹ ਵਚਨ ਦਾ ਲੱਗ ਗਿਆ ਟੀਕਾ, ਉਹ ਜ਼ਿੰਦਗੀ 'ਚ ਗਲਤ ਕੰਮ ਨਹੀਂ ਕਰ ਸਕਦਾ। ਗੱਲ ਚੱਲੀ ਹੈ ਜਮ ਦੇ ਉੱਤੇ।
ਜਾਂ ਹੋਰ ਲੈ ਲਓ, ਵੰਡ ਸਪਸ਼ਟ ਲਿਖਿਆ ਬਿਨ ਸਿਮਰਨ ਗਰਦਵ ਕੀ ਨਿਆਈ ਸਾਖਤ ਥਾਨ ਰਿਸ਼ਤੇ ਫਰਾਹੀ। ਜਦੋਂ ਮਨੁੱਖ ਗੰਦੇ ਥਾਵਾਂ ਵੱਲ ਜਾਂਦਾ, ਜੂਏ ਘਰ ਵੱਲ, ਸ਼ਰਾਬਖਾਨੇ ਵੱਲ, ਨੰਗੇ ਨਾਚ ਦੇਖਣ, ਗੰਦੀਆਂ ਪਿਕਚਰਾਂ ਦੇਖਣ, ਭੈੜੇ ਕਰਤੂਤਾਂ ਕਰਨ, ਗੁਰੂ ਸਾਹਿਬ ਕਹਿੰਦੇ ਦੇਖੋ ਮਨੁੱਖ ਗਧੇ ਦੀ ਤਰ੍ਹਾਂ ਜਿਉ ਰਿਹਾ, ਉਹ ਦੇਖੋ ਮਨੁੱਖ ਦੀ ਸ਼ਕਲ ਵਿੱਚ ਗਧਾ ਜਾ ਰਿਹਾ ਹੈ। ਬੋਲੋ ਸਤਨਾਮ। ਇਹਨੂੰ ਜੰਮ ਲੱਗ ਗਿਆ, ਜੱਜਾ ਜਨਮ ਹੋ ਗਿਆ ਗਧੇ ਦਾ, ਮਾਮਾ ਮਰਨ ਹੋ ਗਿਆ ਮਨੁੱਖ ਦਾ। ਪਰ ਜਦੋਂ ਗੁਰੂ ਨਾਲ ਜੁੜ ਗਿਆ ਜੰਮ ਨਹੀਂ ਨੇੜੇ ਆਉਂਦਾ। ਬੋਲੋ ਸਤਨਾਮ। ਮਨੁੱਖ ਦੀ ਤਰ੍ਹਾਂ ਜਿਉਂਦਾ ਹੈ। ਲੱਗ ਜੇ ਜੰਮ ਨੇੜੇ ਨਹੀਂ ਲੱਗਦਾ, ਨਾ ਚਿੰਤਾ ਰੂਪੀ ਜੰਮ ਲੱਗੇ, ਨਾ ਕਰਤਾਰ ਨੂੰ ਜੰਮ ਲੱਗੇ। ਤੇ ਜਦੋਂ ਹੁਣ ਸਰੀਰ 'ਚ ਰਹਿੰਦਿਆਂ ਜਨਮ ਮਰਨ ਅੰਤਰ ਬੰਦ ਹੋ ਗਿਆ ਆਵਾਗਮਨ, ਫਿਰ ਸਰੀਰ ਛੱਡ ਕੇ ਪ੍ਰਮਾਤਮਾ 'ਚ ਲੀਨ ਹੋ ਗਿਆ। ਜੇ ਸਰੀਰ 'ਚ ਰਹਿੰਦਿਆਂ ਆਵਾਗਮਨ ਨਹੀਂ ਮਿਟਿਆ, ਫਿਰ ਅੱਗੇ ਵੀ ਨਹੀਂ ਮਿਟਣਾ, ਫਿਰ ਤਾਂ ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ। ਚਲੋ ਵੱਖਰਾ ਵਿਸ਼ਾ, ਆਪਾਂ ਵਰਤਮਾਨ ਦੇ ਉੱਤੇ ਬਾਣੀ ਨੇ ਵੱਧ ਜ਼ੋਰ ਦਿੱਤਾ। ਇਸ ਕਰਕੇ ਇੱਦਾਂ ਇਹ ਗੱਲ ਨੂੰ ਸਮਝੀਏ, ਬਸ ਇੱਕ ਗੱਲ ਪੱਕੀ ਕਰ ਲਓ ਵੀ ਜਿਹੜੇ ਜੁੜ ਗਏ ਬਸ ਉਹਨਾਂ ਦੇ ਜਨਮ, ਇੱਕ ਜਨਮ ਦਾ ਹੋਰ ਰੂਪ ਵੀ ਹੈ, ਕਈ ਰੂਪ ਹੁੰਦੇ ਜਨਮ ਦੇ ਵੀ। ਜਿਸ ਤਰ੍ਹਾਂ ਕਈਆਂ ਨੂੰ ਅੰਤ ਵੇਲੇ ਮਨ ਦੇ ਤੌਰ 'ਤੇ ਬੜਾ ਡਰ ਵਿਆਪਦਾ, ਡਰ ਜਿਹਨੂੰ ਮੌਤ ਦਾ ਭੈ ਕਿਹਾ ਜਾਂਦਾ ਹੈ। ਸੋ ਮੌਤ ਦਾ ਭੈ ਰੂਪੀ ਜੰਮ ਵੀ ਨੇੜੇ ਨਹੀਂ ਆਉਂਦਾ, ਕਿਉਂਕਿ ਉਹਨੂੰ ਸੋਝੀ ਆ ਗਈ, ਨਾ ਕਿਛ ਜਨਮ ਹੈ ਨਾ ਕਿਛ ਮਰੈ ਆਪਣ ਚਲਤ। ਉਹਨੂੰ ਸੋਝੀ ਆ ਗਈ, ਮਰਨਾ ਹਾਰੇ ਜੀਰਾ ਨਾਹੀ, ਉਹਨੂੰ ਆਤਮ ਸਰੂਪ ਦੀ ਸੋਝੀ ਆ ਗਈ। ਇਸ ਕਰਕੇ ਮਰਨ ਦਾ ਭੈ ਵੀ ਉਹਨਾਂ ਤੋਂ ਦੂਰ ਹੋ ਗਿਆ। ਬੋਲੋ ਸਤਨਾਮ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ, ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮ। ਮੌਤ ਦਾ ਭੈ ਰੂਪੀ ਜੰਮ ਵੀ ਨੇੜੇ ਨਹੀਂ ਆਉਂਦਾ, ਕਰਤਾਰ ਨੂੰ ਵੀ ਜੰਮ ਨਹੀਂ ਲੱਗਦਾ, ਚਿੰਤਾ ਰੂਪੀ ਜੰਮ ਵੀ ਨੇੜੇ ਨਹੀਂ ਆਉਂਦਾ। ਇੱਦਾਂ ਜੰਮ ਦੀ ਵਿਆਖਿਆ ਆਪਾਂ ਬਾਣੀ ਵਿੱਚ ਵੀ ਕੋਸ਼ਿਸ਼ ਕੀਤੀ ਹੈ ਕਰਨ ਦੀ। ਚਲੋ ਇੱਦਾਂ ਇਹ ਗੱਲ ਆਪਾਂ ਸਮਝ ਵੀ। ਸੋ ਜਿੱਤ ਘਟ ਵਸੈ ਪਾਰ ਬ੍ਰਹਮ ਵਸੈ, ਹੁਣ ਵਸਦਾ ਹੈ, ਹੁਣ ਵਰਤਮਾਨ ਦੀ ਗੱਲ ਹੈ। ਜਿੱਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ, ਆ ਸਰੀਰ ਰੂਪੀ ਥਾਂ ਪਾਈ ਸੋਹਣਾ ਹੈ ਉਹ ਤਾਂ। ਤੇ ਜੰਮ ਕੰਕਰ ਨੇੜ ਨਾ ਆ ਬਈ, ਫਿਰ ਜੰਮ ਉਹਦੇ ਨੇੜੇ ਨਹੀਂ ਆਉਂਦਾ। ਜੰਮ ਕੰਕਰ ਨੇੜ ਨਾ ਆਵੀ, ਰਸਨਾ ਹਰ ਗੁਣ ਗਾਓ। ਅਗਲੀ ਪੰਕਤੀ ਹੈ, ਸੇਵਾ ਸੁਰਤ ਨਾ ਜਾਣੀਆਂ ਨਾ ਜਾਪੈ ਆਰਾਧ, ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ। ਮਾਲਕ ਜੀ, ਨਾ ਤਾਂ ਮੈਨੂੰ ਕੋਈ ਸੇਵਾ ਦੀ ਸੋਝੀ ਹੈ, ਸੇਵਾ ਸੁਰਤ ਨਾ ਜਾਣੀਆਂ, ਸੁਰਤ ਦਾ ਭਾਵ ਹੋਸ਼, ਮੈਨੂੰ ਕੋਈ ਸੇਵਾ ਕਰਨ ਦੀ ਹੋਸ਼ ਨਹੀਂ, ਕੋਈ ਸੋਝੀ ਕਹਿ ਲਓ, ਅਸਲ 'ਚ ਸੋਝੀ ਨਹੀਂ ਮੈਨੂੰ ਕੋਈ। ਇਹ ਤੁਹਾਡੀ ਗੁਰਬਾਣੀ ਨੇ ਬਖਸ਼ਿਸ਼ ਕੀਤੀ ਹੈ, ਮੈਨੂੰ ਕਿੱਥੇ ਮੱਤ ਸੀ। ਨਾ ਤਾਂ ਮੈਨੂੰ ਸੇਵਾ ਕਰਨ ਦੀ ਕੋਈ ਸੋਝੀ, ਨਾ ਮੈਨੂੰ ਆਪ ਜੀ ਦੀ ਆਰਾਧਨਾ ਕਰਨ ਦਾ, ਜਪ ਕਰਨ ਦਾ ਕੋਈ ਢੰਗ, ਤਾਂ ਆਪਣੀ ਬਖਸ਼ਿਸ਼ ਕੀਤੀ ਹੈ। ਸੇਵਾ ਸੁਰਤ ਨਾ ਜਾਣੀਆਂ ਨਾ ਜਾਪੈ ਆਰਾਧ, ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ। ਜਗਤ ਨੂੰ ਜੀਵਨ ਦੇਣ ਵਾਲੇ ਦਾਤਾ ਜੀ, ਉਹ ਤੁਹਾਡੀ ਹੀ ਓਟ ਲਈ ਹੈ, ਤੁਹਾਡਾ ਹੀ ਆਸਰਾ ਹੈ। ਬਸ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ। ਇਹ ਮੇਰੇ ਅਗਮ ਦਾ ਅਰਥ ਹੁੰਦਾ ਹੈ ਜੋ ਬੁੱਧੀ ਦੀ ਪਹੁੰਚ ਤੋਂ ਪਰੇ, ਅਗਮ ਅਗਾਧ ਜੋ ਬੜਾ ਗਹਿਰਾ ਹੈ। ਤਾਂ ਤੇ ਉਹ ਜੋ ਮੇਰਾ ਮਾਲਕ ਜੋ ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਜੋ ਬੜਾ ਗਹਿਰਾ ਹੈ, ਤਾਂ ਤੇ ਉਸ ਮਾਲਕ ਦੀ ਹੀ ਓਟ ਲਈ ਹੈ, ਉਸੇ ਦੀ ਓਟ ਲੈਣੀ। ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ। ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ। ਕਿਰਪਾਲੂ ਮਾਲਕ ਜੀ ਕਿਰਪਾਲੂ ਹੋਏ, ਬਖਸ਼ਿਸ਼ ਕੀਤੀ। ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ, ਇਹ ਸਾਰੇ ਸੋਗ ਸੰਤਾਪ ਸਾਰੇ ਭੱਜ ਗਏ। ਸੋਗ ਕਹਿ ਲਓ, ਚਿੰਤਾ ਫਿਕਰ ਸੰਤਾਪ ਸਾਰੇ ਉੱਡ ਗਏ, ਖਤਮ ਹੋ ਗਿਆ ਸਾਰਾ ਤਣਾਅ। ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ, ਤੱਤੀ ਵਾਹ ਨਾ ਲੱਗੀ ਸਤਿਗੁਰ ਰੱਖੇ। ਸਤਿਗੁਰ ਨੇ ਆਪ ਹੀ ਰੱਖ ਲਿਆ, ਤੱਤੀ ਵਾਹ ਨਹੀਂ ਲੱਗਦੀ। ਹੁਣ ਇੱਕ ਇਸ਼ਾਰਾ ਮਾਤਰ ਦੇ ਦਿਆਂ ਵੀ ਤੱਤੀ ਵਾਹ ਲੱਗਦੀ ਨਹੀਂ ਕਿਸੇ ਵੀ ਹਾਲਤ 'ਚ। ਕਿਸੇ ਹਾਲਤ ਦਾ ਵਾ ਸਮਝ ਗਏ ਵੀ ਮਤੀ ਦਾਸ ਨੂੰ ਆਲੇ ਨਾਲ ਚੀਰਤਾ ਪਤਾ ਸਮਝਿਆ ਸੀ। ਆਰੇ ਥੱਲੇ ਮਤੀ ਦਾਸ ਰੂਹਾਨੀ ਗੋਦ ਵਿੱਚ ਹੈ। ਇਹ ਅਧਿਆਤਮ ਸੈਂਟ ਦਾ ਸੱਚ ਹੈ ਕਿ ਆਰੇ ਥੱਲੇ ਵੀ ਮਤੀ ਦਾਸ ਨੂੰ ਤੱਤੀ ਵਾਹ ਨਹੀਂ ਲੱਗੀ। ਗੁਰੂ ਸਤਨਾਮ। ਇਹਦੇ ਸੋਚੋ ਵੀ ਤੱਤੀ ਵਾਹ ਲੱਗੀ ਹੋ, ਨਹੀਂ ਜੀ, ਉਹ ਰੂਹਾਨੀ ਗੋਦ 'ਚ ਹੈ। ਤੱਤੀ ਵਾਹ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ ਚੌਗਰਦ ਹਮਾਰਾ, ਰਾਮ ਕਾਰ ਰੂਹਾਨੀ ਗੋਦ ਵਿੱਚ ਹੈ। ਆਰੇ ਥੱਲੇ ਵੀ ਪਰਮਾਤਮਾ ਨੇ ਆਰੇ ਥੱਲੇ ਵੀ ਮਤੀ ਦਾਸ ਨੂੰ ਡੋਲਣ ਨਹੀਂ ਦਿੱਤਾ। ਇੱਕ ਨੌਜਵਾਨ ਨੇ ਮੈਨੂੰ ਪੁੱਛਿਆ ਸੀਗਾ, ਕਹਿੰਦਾ ਭਾਈ ਸਾਹਿਬ ਮਤੀ ਦਾਸ ਰੱਬ ਦਾ ਪਿਆਰਾ ਸੀ। ਮੈਂ ਕਿਹਾ ਹਾਂ। ਕਹਿੰਦਾ ਉਹਨੂੰ ਤਾਂ ਆਰੇ ਨਾਲ ਚੀਰਤਾ, ਫਿਰ ਰੱਬ ਨੇ ਉਹਦੀ ਕੀ ਮਦਦ ਕੀਤੀ। ਚਲੋ ਕੋਈ ਪ੍ਰਸ਼ਨ ਕਰ ਲਈ, ਕੋਈ ਗੱਲ ਨਹੀਂ। ਤਾਂ ਤੇ ਫਿਰ ਉਹਨੂੰ ਦੱਸਿਆ, ਫਿਰ ਉਹ ਸਮਝ ਗਿਆ ਨੌਜਵਾਨ ਵੀ ਇਹ ਮਦਦ ਬਾਹਰਲੀਆਂ ਅੱਖਾਂ ਨਾਲ ਨਹੀਂ ਦਿਸਦੀ। ਆਰੇ ਥੱਲੇ ਵੀ ਪਰਮਾਤਮਾ ਨੇ ਮਤੀ ਦਾਸ ਨੂੰ ਆਪਣੀ ਰੂਹਾਨੀ ਗੋਦ ਵਿੱਚ ਰੱਖਿਆ, ਉਹਨੂੰ ਸੱਚ ਤੋਂ ਡੋਲਣ ਨਹੀਂ ਦਿੱਤਾ। ਉਹ ਸੱਚ ਤੋਂ ਕੁਰਬਾਨ ਹੋ ਗਿਆ। ਸਰੀਰਕ ਮੌਤ ਕੋਈ ਮੌਤ ਨਹੀਂ ਹੁੰਦੀ, ਤਾਂ ਆਪਣੇ ਲਈ ਹੈ। ਨਾ ਕੁਛ ਜਨਮ ਹੈ ਨਾ ਕੁਛ ਮਰਿਆ, ਆਪਾਂ ਸਮਝ ਲਿਆ। ਆਰੇ ਥੱਲੇ ਵੀ ਰੂਹਾਨੀ ਗੋਦ ਵਿੱਚ ਹੈ। ਮਾਲਕ ਨੇ ਆਰੇ ਥੱਲੇ ਵੀ ਡੋਲਣ ਨਹੀਂ ਦਿੱਤਾ। ਚਲੋ ਆਮ ਹਾਲਤ ਵਿੱਚ ਤਾਂ ਸੁਖੀ ਹੈ ਹੀ ਹੈ, ਭਾਵ ਜੋ ਮਾਲਕ ਨਾਲ ਜੁੜ ਗਿਆ ਉਹ ਤਾਂ ਹਰ ਹਾਲਤ 'ਚ ਹੀ ਸੁਖੀ ਹੈ, ਗੱਲ ਖਤਮ ਹੈ।
ये पूरा शब्द है, हम समा नहीं। तत्ती बावना ताती बावना लगी पारल शरनाई, चौगिरद हमारा राम कर दुख लगे ना भाई, सतगुर पूरा भेटिया जिन बनत बनाई, राम नाम औखद दिया एका ले बुलाई रहाओ, राख लिए तन रखन हर सा ब्याद, मिटाई कहो नानक कृपा भई प्रभ भय सहाय। इस करके भई कृपाल गुसाइयां नठे सो संताप, तत्ती बावना लग रही सतगुर रखे आप, गुर नारायण दई गुर, गुर सच्चा सज्जनहार। गुरु उस दया स्वरूप परमात्मा का ही रूप है। गुर नारायण गुरु उस नारायण मालक का ही रूप, जिवें सूट तो आई कहने सूट का रूप होंगी, आप पहला समझ लिया। गुर नारायण दई गुर, गुर सच्चा सिरजनहार, गुरु उस सच्चे सिरजनहार मालक का ही रूप है। गुर तुठै सब कुछ पाया, जन नानक सद बलिहार। गुरु प्रसन्न हो जाए तो सब कुछ पा लिया जाता है, दास नानक सद के जाता है, इसे गुरु तो सदा ही, जन नानक सद बलिहार। शब्द की विचार संपूर्ण हुई। श्लोक पढ़ के समाप्ति। पावन गुरु पाणी Krishna